and obviously ਜਿੱਦਾਂ ਦਾ ਮੁੱਦਾ ਹੁੰਦਾ ਉਹਦਾ ਦੇ ਗੈਸਟ ਹੁੰਦੇ ਨੇ, they are professional to talk about the subject. ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਸਤਿ ਸ਼੍ਰੀ ਅਕਾਲ, ਮੈਂ ਸਪਾਲ ਜਾਲੀ ਹਮੇਸ਼ਾ ਦੀ ਤਰ੍ਹਾਂ ਤੁਹਾਡਾ ਸਵਾਗਤ ਹੈ ਲੇਟ ਸ਼ੋ। ਮੇਰੀ ਲੇਟ ਸ਼ੋ ਹਮੇਸ਼ਾ ਮੈਂ ਤੁਹਾਨੂੰ ਗੱਲ ਕਰਦਾ ਕਿ ਮੈਂ ਕੁਝ ਕੋਸ਼ਿਸ਼ ਕਰਦਾ ਕੁਝ ਇੱਦਾਂ ਦੇ ਗੈਸਟ ਲੈ ਕੇ ਆਈਏ ਜਿਹੜੇ ਤੁਹਾਡੀ ਮਦਦ ਹੋ ਸਕੇ, ਸਮ ਇੰਟੈਲੈਕਚੁਅਲ ਗੈਸਟ, ਕਿਉਂਕਿ ਜਿਹੜਾ ਟੌਪਿਕ ਹੁੰਦਾ ਹੈ ਸਮਟਾਈਮਸ ਕਾਫੀ ਇਨਫੋਰਮੇਟਿਵ ਐਜੂਕੇਸ਼ਨਲ ਹੁੰਦਾ ਹੈ। ਇਟਸ ਵੈਰੀ ਮਚ ਸਿਮਿਲਰ ਅੱਜ ਦਾ ਜਿਹੜਾ ਸਵਾਲ ਹੈਗਾ ਨਾ। ਬਿਫੋਰ ਮੇਰੇ ਗੈਸਟ ਮੈਂ ਇੰਟਰੋਡਿਊਸ ਕਰਾਂ, ਓਵਰ ਦ ਵੀਕਐਂਡ ਤੁਸੀਂ ਕਈ ਦਫਾ ਕਿਤੇ ਜਾਂਦੇ ਹੋ, ਕਿਸੇ ਲੋਕਾਂ ਨੂੰ ਮਿਲਦੇ ਹੋ ਔਰ ਓਨੈਸਟਲੀ ਇੰਨੇ ਲੋਕ ਮਿਲਦੇ ਨੇ, ਇੰਨੀ ਪਿਆਰ ਮੁਹੱਬਤ ਕਰਦੇ ਨੇ। ਇਟਸ ਸੋ but I don't know what to say. ਬੰਦੇ ਨੂੰ ਨਾ overwhelmed ਹੋ ਜਾਂਦਾ ਬੰਦਾ। there's a guy, ਅਵੀ ਦੇ ਪੇਰੈਂਟਸ ਹੈਗੇ ਨੇ ਸਰਦਾਰ ਸਤਵੰਤ ਸਿੰਘ ਜੱਸਲ ਐਂਡ ਮਿਸਿਸ ਕੁਲਵਿੰਦਰ ਕੌਰ ਜੱਸਲ। ਭਾਜੀ ਤੁਸੀਂ ਮੈਨੂੰ ਮਿਲਿਆ ਸੀ, ਬੜਾ ਅੱਛਾ ਲੱਗਿਆ। ਮੈਂ ਕਿਹਾ ਸੀ ਤੁਹਾਡਾ ਨਾਮ ਮੈਂਸ਼ਨ ਕਰਾਂਗਾ। ਤੁਸੀਂ ਹਮੇਸ਼ਾ ਅਕਾਲ ਚੈਨਲ ਨਾਲ ਜੁੜਦੇ ਹੋ, ਪਲੀਜ਼ ਇਸੇ ਤਰ੍ਹਾਂ ਅਕਾਲ ਚੈਨਲ ਨੂੰ ਸਪੋਰਟ ਕਰੋ, ਕੋਸ਼ਿਸ਼ ਕਰਿਆ ਕਰੋ ਸਿਰਫ ਮੇਰੇ ਨਹੀਂ ਸਾਰੇ ਪ੍ਰੋਗਰਾਮ ਦੇਖਿਆ ਕਰੋ ਜਿੱਦਾਂ ਵੀ ਹੋ ਸਕੇ। ਸਾਡੇ ਸਿੱਖਾ ਪਰ ਚੈਨਲ ਹੈਗਾ, ਵੀ ਸ਼ੁਡ ਬੀ ਵੈਰੀ ਪ੍ਰਾਊਡ ਅਬਾਊਟ ਇਟ ਔਰ ਆਈ ਵਾਂਟ ਟੂ ਟੇਕ ਦਿਸ ਚੈਨਲ ਟੂ ਅਨਦਰ ਲੈਵਲ। ਹਰ ਪ੍ਰੈਜ਼ੈਂਟਰ ਆਪਣੀ ਕੋਸ਼ਿਸ਼ ਕਰਦਾ ਕਿ ਮੈਂ ਅੱਛੇ ਤੋਂ ਅੱਛੇ ਪ੍ਰੋਗਰਾਮ ਲੈ ਕੇ ਆਵਾਂ, ਅੱਛੇ ਤੋਂ ਅੱਛੇ ਚੀਜ਼ਾਂ ਲੈ ਗੈਸਟ ਲੈ ਕੇ ਆਵਾਂ, ਤਾਂ ਕਿ ਇਹਨੂੰ ਸਭ ਦੁਨੀਆ ਓਲਡ ਏਜ ਯੰਗਸਟਰ ਤੋਂ ਲੈ ਕੇ ਬਜ਼ੁਰਗ ਤੱਕ ਇਹਨੂੰ ਦੇਖਣ, ਨਾ ਕਿ ਸਿਰਫ ਧਾਰਮਿਕ ਪ੍ਰੋਗਰਾਮ ਐਜੂਕੇਸ਼ਨਲ ਪ੍ਰੋਗਰਾਮ ਜੋ ਅੱਜ ਹੈਗਾ। ਅੱਜ ਮੈਂ ਤੁਹਾਨੂੰ ਮੁੱਦਾ ਦੱਸਦਾ ਸੀ, ਪਹਿਲਾਂ ਮੈਂ ਆਪਣੇ ਗੈਸਟ ਇੰਟਰੋਡਿਊਸ ਕਰਦਾ ਅਤੇ ਆਮ ਸੋ ਓਨਰਡ ਪ੍ਰਿਵਿਲੇਜ ਟੂ ਹੈਵ ਦਿਸ ਪ੍ਰੋਫੈਸ਼ਨਲ ਵਿਦ ਮੀ ਇੰਟੈਲੈਕਚੁਅਲ ਗੈਸਟ। ਅਸੀਂ ਔਰਗਨ ਡੋਨੇਸ਼ਨ ਬਾਰੇ ਗੱਲ ਕਰਾਂਗੇ ਐਂਡ ਓਬਵੀਅਸਲੀ ਜਿੱਦਾਂ ਦਾ ਮੁੱਦਾ ਹੁੰਦਾ ਉੱਦਾਂ ਦੇ ਗੈਸਟ ਹੁੰਦੇ ਨੇ, ਦੇ ਆਰ ਪ੍ਰੋਫੈਸ਼ਨਲ ਟੂ ਟਾਕ ਅਬਾਊਟ ਦਾ ਸਬਜੈਕਟ। ਸੋ ਅਸੀਂ ਉਹਨਾਂ ਨਾਲ ਗੱਲ ਕਰਕੇ ਅੱਗੇ ਸ਼ੋਅ ਲੈ ਕੇ ਜਾਵਾਂਗੇ। ਅਤੇ ਮੈਂ ਐਕਚੁਅਲੀ ਨੰਬਰ ਜੋ ਸਕਰੀਨ 'ਤੇ ਆ ਰਿਹਾ, ਤੁਸੀਂ ਕਾਲ ਕਰਕੇ ਕਿਸੇ ਤਰ੍ਹਾਂ ਦਾ ਸਵਾਲ ਹੈਗਾ ਤੁਸੀਂ ਪੁੱਛ ਸਕਦੇ ਹੋ। 0208 571 4279। ਥੋੜ੍ਹਾ ਜਿਹਾ ਮੌਕਾ ਦੇਣਾ, ਵਿਲ ਓਪਨ ਦ ਲਾਈਨਸ ਆਫਟਰ ਦ ਹਾਫ ਟਾਈਮ। ਥੈਂਕ ਯੂ, ਬੜਾ ਅੱਛਾ ਲੱਗੇਗਾ ਅਗਰ ਤੁਸੀਂ ਇਹਨੂੰ ਥੋੜ੍ਹਾ ਬੈਕ ਕਰੋਗੇ। ਮੇਰੇ ਨਾਲ ਮੇਰੇ ਸਭ ਤੋਂ ਪਹਿਲੇ ਆਪਣੇ ਨਾਲ ਲੇਡੀ ਸਿੰਘ, ਜਾਣੀ ਪਛਾਣੀ ਹਸਤੀ, ਆਪਣੇ ਲਾਰਡ ਇੰਦਰਜੀਤ ਦੇ ਮਿਸਿਸ ਹੈਗੇ ਨੇ, ਅਤੇ ਨਾਲ ਉਹਨਾਂ ਦੀ ਗ੍ਰੈਂਡ ਡਾਟਰ ਤਵਲੀਨ ਕੌਰ। I've never heard this name in my life ever. Such a beautiful name, Daddy. Thank you. Who gave you this name? Was it the grandma? Was it? It was. I'm sure she had a part to play in it. ये बड़ा प्यारा नाम है। Honestly, मैं कभी नहीं सुना। Never heard that before. Thank you. ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। Thank you very much. So nice. ਮੈਂ ਦੱਸਿਆ ਤੁਸੀਂ ਲੇਡੀ ਸਿੰਘ ਨੂੰ ਸਭ ਜਾਣਦੇ ਹੋ। I don't think introduction ਦੇ ਮੁਤਾਜ਼ ਹੈਗੇ ਨੇ ਹੋ, ਲੇਕਿਨ I got a young lady with us. I'm so proud and honored to have her here. Thank you. ਜਦੋਂ ਸਾਡੇ ਬੱਚੇ do something good in life, and I'm the very first one to bring them to the show to share their success with you worldwide ਜਿੱਥੇ ਵੀ ਤੁਸੀਂ ਬੈਠੇ ਹੋ। I think before we start talking about the subject, ਜਿਹੜਾ ਆਪਣਾ organ donation ਹੈ, very sensitive, ਉਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ। ਤੁਸੀਂ ਕੋਈ ਵੀ ਸਵਾਲ ਕਰਨਾ, please do call us. The number is on the screen. Tell me what you do at the moment. I know you're a medical student, but tell me about yourself. Yeah. So my name's Tavleen, and I'm in my 4th year studying medicine at university in London. I'm currently enjoying my summer holidays and helping my nanny with this organ donation program, which I think is really important. So yeah, that's a little bit about me. It's important for the people watching at home, youngsters. My first question, when you're younger, okay, in this country it's different. You get help from the teachers, for the career advice, your parents, well-known grandparents and mom and dad, full of family doctors, sare hai ne. Why did you decide to go to medical team? Is it because it's the family history or inherit kita family ko? Not at all. If anything, I think my parents, they work very, very hard, and they were definitely like, do what you want to do and what you're passionate about, not follow in our footsteps if you don't want to. I think medicine is just a very noble profession. You get to help a lot of people, and at school I always found science very interesting, and so it kind of just felt like a natural thing to go into. It's definitely a lot of hard work, but I would definitely recommend it for anyone who wants to do it. I hope to remember ਕਰਦੇ ਹੋ that the father traveling the cardiologist ਮੈਂ ਲੈ ਕੇ ਆਇਆ ਸੀ ਸ਼ੋਅ ਦੇ ਉੱਪਰ, and locally ਬਹੁਤ appreciate ਕੀਤਾ, professionals, really professionals, so proud ਕਿ ਸਾਡੀ ਸੋਸਾਇਟੀ, ਸਾਡੇ ਕਲਚਰ, ਸਾਡੇ ਸਿੱਖੀਜ਼ਮ ਦੇ ਵਿੱਚ ਲੋਕ ਇੰਨੀ ਤਰੱਕੀ ਕਰਦੇ ਨੇ। ਅਸੀਂ ਪਹਿਲਾਂ ਨਾ ਹੁਣ ਲੈਟਸ ਸਟਾਰਟ ਜਿਹੜਾ ਬਟ ਵੀ ਜੋ ਅੱਜ ਅਸੀਂ organ ਜਿਹੜਾ ਡੋਨੇਸ਼ਨ ਹੈ, ਇਟਸ ਅ ਚੈਟ ਸ਼ੋ। ਅਸੀਂ ਡਿਸਕਸ ਕਰ ਰਹੇ ਹਾਂ, ਇਟਸ ਨਾਟ ਕਿ ਤੁਹਾਨੂੰ ਕਹਿ ਰਹੇ ਕਿ ਤੁਸੀਂ ਇੱਦਾਂ ਕਰੋ। ਐਂਡ ਆਫ ਦ ਡੇ ਇਟਸ ਯੋਰ ਚੋਇਸ ਵਾਟ ਯੂ ਵਾਂਟ ਟੂ ਡੂ। ਗੋ ਟੂ ਦੀ ਨੈਸ਼ਨਲ ਹੈਲਥ ਦੀ ਵੈਬਸਾਈਟ 'ਤੇ ਜਾ ਕੇ ਤੁਸੀਂ ਚੈੱਕ ਕਰੋ। ਐਨੀ ਹੈਲਪ ਯੂ ਨੀਡ ਫਰੋਮ ਐਨੀਵੇਅਰ, ਪਲੀਜ਼ ਤੁਸੀਂ ਆਪਣੀ ਹੈਲਪ ਓਬਟੇਨ ਕਰਕੇ
अपना डिसाइड करके तुसी जो करना हो करो आज वेरी मच इट्स अ डिस्कशन शो इट्स अ ओपन डिस्कशन सो डोंट टेक इट टू सीरियसली कि वी आर टेलिंग यू टू डू जो असी गल्लां कर रहे हैं एंटायरली इट्स योर चॉइस असी सब तो पहला स्टार्ट करते हैं what is organ donation it's a simple but a lot of people might not know organ donation ਇੰਜ ਹੈ ਕਿ ਜਿਸ ਤਰ੍ਹਾਂ ਨਾ ਬਾਡੀ ਦੇ ਅੰਗ ਹੁੰਦੇ ਆ ਨਾ ਉਹ ਅਸੀਂ ਦਿੰਦੇ ਆ ਕਿਸੇ ਨੂੰ ਤੇ ਜਿਸ ਵੇਲੇ ਹੁਣ ਗੱਲ ਤਾਂ ਇਹ ਹੁੰਦੀ ਹੈ ਨਾ ਕਿ ਡੈਥ ਹੋ ਜਾਂਦੀ ਹੈ ਤੇ ਹਸਪੀਟਲ 'ਚ ਹੀ ਹੈ ਜਿਹੜੀ ਨੈਚੁਰਲ ਡੈਥ ਹੁੰਦੀ ਹੈ ਉਹ ਤਾਂ ਨਹੀਂ ਜਿਸ ਵੇਲੇ ਕੋਈ ਹਸਪੀਟਲ 'ਚ ਹੈ ਉਸ ਵੇਲੇ ਜਿਸ ਵੇਲੇ ਜੇ ਡਾਕਟਰਸ ਡਿਕਲੇਅਰ ਕਰ ਦਿੰਦੇ ਨੇ ਕਿ ਇਹ ਦਿਮਾਗ ਜਿਹੜਾ ਨਾ ਬ੍ਰੇਨ ਸਟੈਮਸ ਖਤਮ ਹੋ ਗਏ ਨੇ ਤੇ ਇਹ ਹੁਣ ਬੰਦਾ ਬਚ ਨਹੀਂ ਸਕਦਾ ਉਸ ਵੇਲੇ ਬਾਕੀ ਦੀ ਸਾਰੀ ਬਾਡੀ ਮਸ਼ੀਨਾਂ ਦੇ ਨਾਲ ਜਿਉਂਦੀ ਰੱਖਦੇ ਨੇ ਉਸ ਵੇਲੇ ਉਹ ਤੁਸੀਂ ਆਪਣਾ ਅੰਗ ਦਾਨ ਕਰ ਸਕਦੇ ਹੋ organ donation is ਅੰਗ ਦਾਨ ਕਰਨਾ ਉਹ ਆਪਣੇ ਕੁਝ ਅੰਗ ਨੇ ਉਹ ਜਿਹੜੇ ਦਾਨ ਕਰ ਸਕਦੇ ਨੇ ਤੇ ਵੈਸੇ ਤਾਂ ਕਹਿੰਦੇ ਨੇ ਕਿ ਅਪ ਟੂ 50 ਬੰਦਿਆਂ ਨੂੰ 50 ਬੰਦਿਆਂ ਨੂੰ ਲੋੜਵੰਦ ਨੂੰ ਦੇ ਸਕਦੇ ਹੋ ਗਿਫਟ ਆ ਅ ਗਿਫਟ ਆਫ ਲਾਈਫ ਅਸੀਂ ਸਿੱਖ ਤਾਂ ਅਸੀਂ ਬੜੀ ਸੇਵਾ ਕਰਦੇ ਹਾਂ ਸਾਰੇ ਪਾਸੇ ਵੀ ਇਹ ਵੀ ਸੇਵਾ ਹੈ ਕਿਉਂਕਿ ਉਹ ਸੇਵਾ ਉਸ ਵੇਲੇ ਹੈ ਜਿਸ ਵੇਲੇ ਸਾਡਾ ਸਰੀਰ ਖਤਮ ਹੋ ਚੁੱਕਿਆ ਕਿਉਂਕਿ ਫਿਜ਼ੀਕਲ ਬਾਡੀ ਜਿਹੜੀ ਉਹ ਖਤਮ ਹੋ ਚੁੱਕੀ ਹੈ ਉਸ ਤੋਂ ਬਾਅਦ ਜਿਹੜਾ ਦੀ ਬੰਦੇ ਨੂੰ ਤਾਂ ਨਹੀਂ ਕੁਝ ਵੀ ਪਤਾ ਨਾ ਤੇ ਉਹ ਹੈਗਾ organ donation ਉਹ ਅੰਗ ਦਾਨ ਦਾ ਮਤਲਬ ਹੈਗਾ ਉਹ ਦੇਣ ਦਾ ਉਸ ਵਾਸਤੇ ਗੱਲ ਅਸੀਂ ਮੇਨ ਇਹ ਕਰਨੀ ਹੈ ਕਿ ਜਿਹੜੇ ਪਰਿਵਾਰ ਆ ਨਾ ਉਹਨਾਂ ਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਤਾਂ ਕਿ ਕੋਈ ਉਸ ਵੇਲੇ ਦੇਖੋ ਜੀ ਜੋ ਮਰਜ਼ੀ ਕਰੋ ਅਸੀਂ ਜਿੰਨਾ ਮਰਜ਼ੀ ਸਾਨੂੰ ਪਤਾ ਹੈ ਕਿ ਅਸੀਂ ਜਾਣਾ ਹੀ ਜਾਣਾ ਦੁਨੀਆ 'ਚ ਕੋਈ ਹੋਰ ਸਰਟਨਟੀ ਨਹੀਂ ਹੈ ਇਹ ਸਰਟਨਟੀ ਹੈ ਕਿ ਸਾਡੀ ਅਸੀਂ ਜਾਣਾ ਹੀ ਜਾਣਾ ਜੋ ਉਪਜਿਆ ਸੋ ਬਿਨਸ ਹੈ ਸਭ ਕੋ ਆਈ ਵਾਰੀ ਵਾਲੀ ਗੱਲ ਹੈ ਪਰ ਉਸ ਵੇਲੇ ਬੜਾ ਟਰੋਮੈਟਿਕ ਟਾਈਮ ਹੁੰਦਾ ਬੜਾ ਇਮੋਸ਼ਨਲ ਟਾਈਮ ਹੁੰਦਾ ਉਸ ਲਈ ਤਾਂ ਇਸ ਲਈ ਨਹੀਂ ਤੁਸੀਂ ਗੱਲ ਕਰ ਸਕਦੇ ਬਿਲਕੁਲ ਇਸ ਕਰਕੇ ਕਹਿੰਦੇ ਪਿਆ ਕਿ ਪਰਿਵਾਰ ਨਾਲ ਗੱਲ ਕਰੋ ਸਾਰੇ ਪਰਿਵਾਰ ਨੂੰ ਪਤਾ ਹੋਵੇ ਕਿ ਇਹ ਗੱਲ ਹੈਗੀ ਹੈ ਤੇ ਅਸੀਂ ਜਿਸ ਵੇਲੇ ਡਾਕਟਰਸ ਨੇ ਡਿਸਾਈਡ ਕੀਤਾ ਸਾਰਿਆਂ ਦੀ ਸਹਿਮਤੀ ਚਾਹੀਦੀ ਹੈ ਨਾ ਐਵਰੀਬਾਡੀ ਸਾਰੇ ਸਹਿਮਤੀ ਜੇ ਸਹਿਮਤੀ ਨਹੀਂ ਹੈ ਤੇ ਫਿਰ ਨਹੀਂ ਹੁੰਦਾ ਕੰਮ ਦੇਖੋ ਬੜੀ ਇੰਪੋਰਟੈਂਟ ਗੱਲ ਹੈ ਮੈਂ ਆਪਣੀ ਥੋੜੀ ਤਾਰੀਫ ਕਰ ਲੈਣਾ ਸਾਡੇ ਨਾਲ ਆਪਣੀ ਲੇਡੀ ਸਿੰਘ ਅਸੀਂ ਜਨਰਲ ਗੱਲਾਂ ਕਰਦੇ ਹਾਂ ਨਾਟ ਹੈਵਿੰਗ ਟੂ ਮਚ ਮੈਡੀਕਲ ਨੌਲੇਜ ਬੇਸਿਕ ਹੁੰਦੀ ਹੈ ਕਈ ਦਫਾ ਅਸੀਂ ਗਲਤ ਵੀ ਕਹਿ ਸਕਦੇ ਹਾਂ ਐਸੇ ਕਰਕੇ ਮੇਰੇ ਪਾਸ ਤਬਲੀਨ ਉਹਨਾਂ ਦੀ ਗ੍ਰੈਂਡ ਡਾਟਰ was a medical student 4 ਸਾਲ ਹੋ ਗਏ she's going into the 5th year now yeah so obviously she will give us the on hand information my next question is to you Tavleen which organs can be donated because you see Sadina we always saying okay to see you can give your eyes maybe few other items we don't know 100% what can be donated being a medical student I'm sure you're going to throw some light on that. Thank you. Yes, well before I start I would also say if there's any information you want, definitely look it up. Don't just trust everything I say. No, it's all on the NHS I've website. said I don't want already. to say anything. Yeah, of course, it's a chat show. So generally, the organs that are most commonly donated are things like kidneys, the liver, the heart. There are lots of different organs in the body that can be donated after death. There are also some tissues that can be donated. So, for example, like Nani mentioned, you can donate some parts of your eye, parts of your valves in your heart. And so after death most of your organs can be donated. There are also a few organs that you can donate when you're alive. For example, you have 2 kidneys, you can give one of them. You can donate a small bit of your liver because your liver grows back very easily and so it doesn't affect you. Can I ask you a question at the same time, not interrupting you, but it would be nice if you can answer me. You know, when you're alive, you donate certain organs. Yeah. Now, is there any danger? Is there a disability in a person after donating that particular part? No. So when you donate an organ when you're alive, of course, the person who's donating has to go through a surgery, and there are some small risks involved with that. But first of all, the doctors would not let you donate an organ if you're unwell in any way. Exactly. So it would not be of danger to you if you're allowed to do it. You're only allowed to donate very specific organs and tissues to ensure that you can still live a completely healthy life afterwards. So if a living person donates one of their kidneys, the other kidney works brilliantly and does all the jobs that it needs to, and the person can live a very long, happy life with no issues whatsoever. Yes. ਮੈਂ ਇੱਥੇ ਇੱਕ ਕਹਿਣਾ ਚਾਹੁੰਦੀ ਹਾਂ ਕਿ organ donation ਦੀ ਅਸੀਂ ਤਾਂ ਬਹੁਤੀ ਗੱਲ ਕਰਦੇ ਪਏ ਹਾਂ
ਕਿ ਇਸ ਵੇਲੇ ਜਿਹੜੇ ਬਲੈਕ ਐਂਡ ਏਸ਼ੀਅਨ ਕਮਿਊਨਿਟੀਜ਼ ਹੈ ਨਾ ਉਹਨਾਂ ਨੂੰ organs ਦੀ ਬਹੁਤ ਜ਼ਰੂਰਤ ਪੈਂਦੀ ਹੈ। Or we are the least people who are actually ਹਾਂ donating. ਅਸੀਂ ਡੋਨੇਟ ਨਹੀਂ ਕਰਦੇ ਹਾਂ ਤੇ ਉਹਦਾ ਰਿਜ਼ਲਟ ਕੀ ਹੁੰਦਾ ਹੈ, ਜਿਹੜੇ ਵਾਈਟ ਕਮਿਊਨਿਟੀਜ਼ ਹੈ ਨਾ ਉਹਨਾਂ ਨੂੰ ਟ੍ਰਾਂਸਪਲਾਂਟ ਕਰਨ ਝਟਪਟ ਹੋ ਜਾਂਦਾ ਹੈ, ਫਟਾਫਟ ਹੋ ਉਹਨਾਂ ਨੂੰ ਉਡੀਕਣਾ ਨਹੀਂ ਪੈਂਦਾ ਕੁਛ ਨਹੀਂ। ਤੇ ਸਾਡੀਆਂ ਕਮਿਊਨਿਟੀਜ਼ ਨੂੰ ਬੜੀ ਬੜੀ ਦੇਰ ਉਡੀਕਣਾ ਪੈਂਦਾ। ਤੇ I don't know, Tavleen ji, you might tell how many organs are being donated and how many are still waiting. Yeah, so currently in the United Kingdom, there are about 4,000 organ transplants that happen every year. Every year. In the UK. So it's a lot of organ donations. A lot of people need organs. In fact, currently, I think there are about 6,000 people on the waiting list. Oh my So God. sometimes people have to wait a long, long time, sometimes even years to get the organs that they need. And often, well, not often, but sometimes, unfortunately, people can die whilst they're on the waiting list, which is why it's important that we encourage people to donate their organs, because it's something that people definitely need, and because the waiting times are so long, there are people out there who are really in need of these organs. ਤੁਸੀਂ ਲੇਕਿਨ ਸਿੰਘ ਪਹਿਲਾਂ ਨਾ ਮੈਂ ਤੁਹਾਨੂੰ ਇੱਕ ਸਵਾਲ ਪੁੱਛਾਂਗਾ which is very important. This is what I need to know. ਤੁਸੀਂ ਘਰ ਬੈਠੇ ਰਹਿੰਦੇ ਹੋ ਕਿ ਮੇਰੇ ਪਾਸ ਕੰਮ ਨਹੀਂ, ਇਹ ਨਹੀਂ, ਉਹ ਨਹੀਂ, ਮੈਂ ਕੀ ਕਰਾਂ, ਮੈਂ ਬੋਰ ਹੁੰਦਾ। Lady Singh does everything. She don't have a time even to spare for a minute. ਤੁਸੀਂ ਇਹਦੇ ਚ organ donation ਤੁਹਾਡਾ ਇੰਟਰਸਟ ਕਿੱਦਾਂ ਪਾਉਣਾ, ਦੇਖੋ, ਮੈਂ because you're ਤੁਹਾਨੂੰ very keen on this now. Because doing a very good cause. ਬਿਲਕੁਲ ਇਸ ਤਰ੍ਹਾਂ ਗੱਲ ਹੋਈ ਕਿ ਪਹਿਲੇ ਕਾਫੀ ਸਾਲ ਹੋ ਗਏ ਨੇ ਤੇ NHS ਵਾਲਿਆਂ ਨੇ ਫੋਨ ਕੀਤਾ ਮੇਰੇ ਹਸਬੰਡ ਨੂੰ, ਕਹਿੰਦੇ ਕਿ ਦੇਖੋ ਏਸ਼ੀਅਨ ਵਿਮਨ ਕਾਫੀ ਓਬੀਸ ਹੁੰਦੀਆਂ, ਮੋਟੀਆਂ ਹੁੰਦੀਆਂ, ਉਹਨਾਂ ਨੂੰ ਡਾਇਬੀਟੀਜ਼ Sure, I ਹੁੰਦੀ wanted to ਹੈ, compliment ਉਹਨਾਂ ਦੇ ਬਾਡੀ ਨਾ ਉਹ ਜਿਹੜਾ ਕੰਮ ਨਹੀਂ ਚੰਗੀ ਤਰ੍ਹਾਂ ਕਰਦੀਆਂ। ਤੇ ਮੇਰੇ ਤੁਹਾਨੂੰ ਨਾ ਪ੍ਰਚਾਰ ਕਰਨਾ ਚਾਹੀਦਾ, ਸਾਰਿਆਂ ਨੂੰ ਦੱਸਣਾ ਚਾਹੀਦਾ। ਮੇਰੇ ਹਸਬੰਡ ਮੈਨੂੰ ਆਵਾਜ਼ ਦੇ ਕੇ ਕਹਿੰਦੇ ਲੈ ਇਹ ਕੰਮ ਕਰਨਾ। ਉਹ ਅਸੀਂ ਕੀਤਾ ਯੋਗਾ ਕਲਾਸਿਸ। ਮੈਂ ਝੂਠ ਨਹੀਂ ਬੋਲਦੀ, ਇੰਨੀਆਂ ਵੱਡੀ ਉਮਰ ਦੀਆਂ ਔਰਤਾਂ ਜਿਹੜੀਆਂ ਸਟਿਕ ਲੈ ਕੇ ਵੀ ਨਹੀਂ ਤੁਰ ਸਕਦੀਆਂ ਸੀ, ਸਟਿਕ ਤੋਂ ਬਗੈਰ ਆਰਾਮ ਨਾਲ ਚੱਲਦੀਆਂ, ਇੰਨਾ ਫਰਕ ਪੈ ਜਾਂਦਾ। ਤੇ ਹੁਣ ਐਤਕੀ ਤੇ ਕੋਵਿਡ ਸੀ ਨਾ, ਤੇ ਮੇਰੇ ਵੱਡੇ 2 ਗ੍ਰੈਂਡਸਨ ਡਾਕਟਰ ਬਣ ਚੁੱਕੇ ਨੇ, ਤੇ ਮੇਰੇ ਬੱਚੇ ਸਾਰੇ ਡਾਕਟਰ ਨੇ, ਮੇਰੀਆਂ ਲੜਕੀਆਂ, ਉਹਨਾਂ ਦੇ ਹਸਬੰਡ। ਤੇ ਜੇ ਗ੍ਰੈਂਡਮਦਰ ਲੇਡੀ ਸਿੰਘ ਤੇ Lord Singh ਹੋਵੇ, then they're going to challenge now. They don't have a choice. They've got to do better. ਮੈਂ ਐਵੇਂ ਵੀ ਝੂਠ ਬੋਲਾਂ, ਮੈਂ ਬੜੀ ਸਟ੍ਰੈਸ ਵਿੱਚ ਸੀਗੀ, ਮੈਨੂੰ ਫਿਕਰ ਲੱਗਾ ਰਹਿਣਾ। ਫਿਰ ਮੈਂ ਕਿਹਾ ਕਿ ਫਿਕਰ ਕਾਹਦਾ, ਅਸੀਂ ਗੁਰਸਿੱਖਾਂ ਸਿੱਖਾਂ, ਸਾਨੂੰ ਕੋਈ ਫਿਕਰ ਨਹੀਂ ਹੈ। ਤੇ ਫਿਰ ਮੈਂ ਕਿਹਾ ਜੇ ਉਹ ਇੰਨੀ ਸੇਵਾ ਕਰਦੇ ਪਏ ਤਾਂ ਮੈਂ ਕਿਉਂ ਨਹੀਂ ਕਰਦੀ ਹਾਂ। ਕੀ ਬਾਤ ਹੈ, ਵੈਰੀ ਨਾਈਸ। ਫਿਰ ਉੱਥੋਂ ਮੈਨੂੰ ਇਹਨਾਂ ਨੇ organ donation ਦੀ ਗੱਲ ਕਰ ਰਹੇ ਸੀ ਕਿ ਸਾਨੂੰ ਬੜੀ ਲੋੜ ਹੈ, ਏਸ਼ੀਅਨ ਬੰਦੇ ਅੰਗਦਾਨ ਨਹੀਂ ਕਰਦੇ, ਉਹਨਾਂ ਨੂੰ ਪਤਾ ਹੋਣਾ ਚਾਹੀਦਾ ਤੇ ਉਹ ਵੀ ਕਰਨ। ਤੇ ਇਹ ਉੱਥੋਂ ਫਿਰ ਮੈਂ ਸ਼ੁਰੂ ਕਰ ਲਿਆ, ਤੇ ਉਹ ਮੈਂ ਸ਼ੁਰੂ ਕੀਤਾ ਤੇ ਇਹ ਵੀ ਮੇਰੇ ਨਾਲ ਲੱਗ ਗਈ। ਮੈਂ ਥੋੜੀ ਨਾਲ ਤਾਰੀਫ ਕਰਾਂਗਾ। ਜਿਹੜੇ ਵੀ ਤੁਸੀਂ ਘਰ ਬੈਠੇ ਹੋ, ਓਨੈਸਟਲੀ ਤੁਸੀਂ ਬੇਸ਼ੱਕ ਪੜ੍ਹੇ ਨਹੀਂ, ਬਹੁਤ ਜ਼ਿਆਦਾ ਨਹੀਂ ਕੀਤਾ, ਜ਼ਰਾ ਇਨਫੋਰਮੇਸ਼ਨ ਚੈਨਲ ਦੇਖੋ ਜੋ ਅੱਜ ਗੱਲਾਂ ਹੋ ਰਹੀਆਂ, ਬਹੁਤ ਐਜੂਕੇਸ਼ਨਲ ਹੈਗੀਆਂ ਨੇ। ਕੱਲ੍ਹ ਨੂੰ ਤੁਹਾਡੇ ਬੱਚੇ ਨਾਲ ਸਮਝਣ ਡੈਡ ਤੁਹਾਨੂੰ ਕੁਝ ਨਹੀਂ ਪਤਾ ਹੈਗਾ। ਤਵਲੀਨ ਲੁਕਸ ਅਪ ਟੂ ਹਰ ਗ੍ਰੈਂਡਮਦਰ, ਸ਼ੀ ਇਜ਼ ਅ ਰੋਲ ਮਾਡਲ ਫॉर ਹਰ। ਅਸੀਂ ਪਹਿਲਾਂ ਸ਼ੋਅ ਤੋਂ ਗੱਲਾਂ ਕਰਦੇ ਸੀ, ਮੈਂ ਉਹਦੀਆਂ ਗੱਲਾਂ ਸੁਣ ਕੇ ਬਸ ਇੰਨਾ ਪਿਆਰ ਆਉਂਦਾ ਬੱਚੀ ਉੱਪਰ ਕਿ ਸ਼ੀ ਸੋ ਸੈਂਸਿਬਲ। ਐਂਡ ਪੇਰੈਂਟਸ ਨੂੰ ਯੂ ਹੈਵ ਟੂ ਪੁੱਟ ਯੋਰਸੈਲਫ ਇਨ ਅ ਪੋਜੀਸ਼ਨ ਕਿ ਤੁਹਾਡੇ ਬੱਚੇ ਲੁੱਕ ਅਪ ਕਰਨ ਤੁਹਾਡੇ ਵੱਲ, ਬੀ ਪ੍ਰਾਊਡ ਐਂਡ ਬੀ ਲਾਈਕ ਅ ਰੋਲ ਮਾਡਲ। ਮੈਂ ਦੇਖ ਕੇ ਬੜਾ ਅੱਛਾ ਲੱਗਿਆ। ਆਈ ਗਿਵ ਯੂ ਕੰਪਲੀਮੈਂਟਸ ਦ ਵੇ ਯੂ ਬ੍ਰਿੰਗਿੰਗ ਯੂਰ ਚਿਲਡਰਨ ਅਪ, ਨਾਟ ਓਨਲੀ ਤੁਹਾਡੇ ਬੱਚੇ, ਤੁਸੀਂ ਗ੍ਰੈਂਡ ਚਿਲਡਰਨ ਵੀ। ਮੈਂ ਤੁਹਾਨੂੰ ਇੱਕ ਹਾਸੇ ਦੀ ਗੱਲ ਸੁਣਾਵਾਂ। ਮੈਂ ਨਾ ਮੇਰੀ ਦੂਜੀ ਗ੍ਰੈਂਡ ਡਾਟਰ ਨਾ, ਮੈਨੂੰ ਅਸੀਂ ਜਾਂਦੇ ਪਏ ਸੀ, ਅਸੀਂ ਸਾਈਕਲਿੰਗ ਕਰਦੇ ਪਏ ਸੀ, ਤੇ ਮੈਂ ਡਿੱਗ ਗਈ, ਤੇ ਮੈਨੂੰ ਇੰਨਾ ਲੁੱਕ ਆਫਟਰ ਕੀਤਾ, ਸਾਰਾ ਕੁਝ ਕੀਤਾ, ਤੇ ਹੱਸ ਕੇ ਕਹਿੰਦੀ ਹੈ ਯੂ ਆਰ ਹਾਰਡ ਵਰਕ ਨਾਨੀ। ਤੇ ਮੈਂ ਕਿਹਾ ਅੱਛਾ। ਤੇ ਅਸੀਂ ਜਾਂਦੇ ਪਏ ਸੀ, ਤੇ ਉੱਥੇ ਓਲਡ ਪੀਪਲ ਦੇ ਨਾ ਹੋਮਸ ਬਣਦੇ ਪਏ ਸੀ, ਤੇ ਸ਼ੀ ਸੈਡ ਓਲਡ ਪੀਪਲ ਦੇ ਹੋਮ ਬਣੀ ਜਾਂਦੇ ਨੇ, ਵਾਟ ਅਬਾਊਟ ਅਸ ਯੰਗ ਪੀਪਲ। ਮੈਂ ਕਿਹਾ ਤੇ ਵਾਟ ਅਬਾਊਟ ਮੀ, ਮੈਂ ਨਾ ਕੀ ਹੋਏਗਾ ਕੱਲ। ਤੇ ਕਹਿੰਦੀ ਵਾਈ, ਮੈਂ ਲੁੱਕ ਆਫਟਰ ਕਰਾਂਗੀ, ਤਵਲੀਨ ਲੁੱਕ ਆਫਟਰ ਕਰੇਗੀ, ਉਹਨੇ ਆਪਣੇ ਭਰਾਵਾਂ ਦੇ ਨਾਮ ਹੀ ਲੈ। ਵਾਈ ਯੂ ਟਾਕਿੰਗ ਲਾਈਕ ਦੈਟ, ਯੂ ਆਰ ਨਾਟ ਗੋਇੰਗ ਟੂ ਗੋ ਐਨੀ ਹੋਮ, ਵੀਲ ਲੁੱਕ ਆਫਟਰ ਯੂ। ਬੱਚੇ ਇੰਨਾ ਪਿਆਰ ਕਰਦੇ ਆ, ਇੰਨਾ ਸਤਿਕਾਰ ਦਿੰਦੇ ਆ, ਤੇ ਹੁਣ ਵੀ ਜਿੱਥੇ ਵੀ ਹੋਣਗੇ ਨਾਨੀ। That's really nice. This is such a proud moment for the grandmother and the granddaughter to sit on a live show. They were fantastic, incredible. Honestly, everybody is not like so fortunate to be on that position. My heart goes to this family. So much respect, Kardama, Lord Singh, the Indrajit and Lady Singh, they are incredible people. Honestly, I look up to them. मेरे पास question है कि I'm going to ask them in a way
ਜਿੱਥੋਂ ਮੈਨੂੰ ਲੱਗੇਗਾ ਕਿ it's right for who. I think I go to Tavleen now. Tavleen, what is the law in England when it comes to the organ donation now? It's a good question. So currently, the law in England says that it's an opt-out system, which means everyone in the country is currently on the organ donation register. And if you would like, you can opt out and not be on the register. But I think it's a very good thing that we are all on the register because, that's why we're here. I think organ donation is very important. So yeah, the law changed in the past few years. So before that, it used to be opt-in where you had to actively put yourself on the register. That is not the case anymore. It's now opt-out. So everyone is on the register. ਮੈਨੂੰ ਯਾਦ ਹੈ ਕਿ 2013 ਦੇ ਵਿੱਚ ਜਿਸਲੇ ਬਹੁਤ ਹੀ ਘੱਟ ਡੋਨੇਸ਼ਨ ਕਰਦੇ ਸੀ ਏਸ਼ੀਅਨ organ donation ਬਹੁਤ ਘੱਟ ਸੀ ਤੇ ਉਦੋਂ ਇੱਕ ਕੰਸਲਟੈਂਟ ਆਪਣਾ ਸਿੱਖੀ ਕੰਸਲਟੈਂਟ ਸੀ, ਉਹਨੇ ਇਹ ਪ੍ਰੋਜੈਕਟ ਬੜਾ ਸ਼ੁਰੂ ਕੀਤਾ ਸੀ ਤੇ ਉਸ ਵਕਤ ਮੇਰੇ ਹਸਬੰਡ ਇੰਦਰਜੀਤ ਥਾਂ ਥਾਂ ਕਿ ਉਹਨਾਂ ਨੇ ਸਪੀਚਿਸ ਦਿੱਤੀਆਂ, ਥਾਂ ਤੇ ਕਿ ਉਹਨਾਂ ਨੇ ਗੱਲਾਂ ਕੀਤੀਆਂ ਤੇ ਹੁਣ ਵੀ ਉਹ ਕਹਿੰਦੇ ਨੇ ਅੱਗੇ ਨਾਲੋਂ ਥੋੜਾ ਬੈਟਰ ਹੈ, ਪਰ ਹੁਣ ਵੀ ਕਿਉਂਕਿ ਅੱਗੇ ਲੋ ਸੀਗਾ ਕਿ ਤੁਸੀਂ ਜਾ ਕੇ ਆਪਣਾ ਨਾਂ ਦਿਓ ਕਿ ਅਸੀਂ ਡੋਨੇਟ ਕਰਨੇ ਆ। ਸਾਡੇ ਕੋਲ ਅਜੇ ਤੱਕ ਹੈਗੇ ਆ ਕਾਰਡ, ਉਦੋਂ ਅਸੀਂ 213 ਵਿੱਚ ਮੇਰੇ ਹਸਬੰਡ ਨੇ ਤੇ ਮੈਂ ਕੀਤੇ ਸੀ। People carry that with them, no? People used to carry them. We carry them with ਜਿਸ ਤਰ੍ਹਾਂ ਡਰਾਈਵਿੰਗ ਲਾਇਸੈਂਸ ਹੈ ਉਹਦੇ ਨਾਲ ਹੀ ਰੱਖੇ ਹੁੰਦੇ ਸੀ। ਹੁਣ ਲਾਸਟ ਈਅਰ May 2020 ਦੇ ਵਿੱਚ ਲੋ ਚੇਂਜ ਕਰਤਾ। ਉਹਨਾਂ ਨੇ ਕਿਹਾ ਤਾਂ ਕਿ ਹਰ ਬੰਦਾ ਜਿਹੜਾ ਨਾ ਉਹ ਆਪਣਾ organ ਦੇਵੇਗਾ, हर बंदा अपना डेथ जिसले हो जाएगी, मैं देखो ना जिसले डेथ होगी बॉडी तो खत्म होगी। और जिस So it's not a law, it's kind of a suggestion कि every बंदा दवे। Can I- नहीं, it's a law, but ਉਹ ਐਵੇਂ ਨਹੀਂ ਕਰਨਗੇ ਜਿੰਨੀ ਦੇਰ ਤੱਕ ਤੁਹਾਡੀ ਫੈਮਿਲੀ Yeah. ਨਾਲ ਹਾਂ ਨਾ ਕਰੇ। Yeah. So I just tried to interrupt. So it is the law that everyone is on the register, but that doesn't automatically mean that when someone passes away, their organs are automatically donated. And this is why it's really important to talk to your families about organ donation, because come the time for the organs to be donated, if the family doesn't want that to happen, or if they have any objections, those are very much listened to, and then the organs won't be donated, even if it was those person's wishes. So that's why we need to talk about it with the family, so that at that point there's a very short window in which the organs can be given to another person, because organs are, they're living, they're complicated, they don't have much time that they can be out of the body for. And so yes, That's my next question actually, because we understand कि तुसी organ देके जाओ, we got very little knowledge. I'd like you to explain that in detail, which are the organs which have a short span life before they can be donated to the other body? So I think in general most of the organs only have a window of a few hours in Few which they hours. can be taken out and given to someone else, and they have to be transported very carefully in a very cold box to make sure that they don't decompose or anything while they're being transported where they need to be. This process all happens very quickly, which is why it's sometimes very overwhelming for the family, because unfortunately it is very emotional and devastating when someone passes away, and it's a lot to have to think about on top of grieving yourself. So before all of this, we have a discussion, see whether or not the family wants to learn about it, which is what we're doing here today. Yeah. It's a very ਇੱਕ ਮੈਨੂੰ ਬਹੁਤ ਅੱਛਾ ਲੱਗਦਾ, ਦੇਖੋ ਅੱਜ ਜਿਹੜਾ ਸ਼ੋਅ ਹੋ ਰਿਹਾ ਨਾ, ਅਸੀਂ ਵੀ very reluctant ethnic group ਜਿਹੜਾ ਵੀ ਹੈਗਾ ਨਾ, we don't even talk about it. I don't know why we feel पंजी मरना तो कोई नहीं चाहता. Even somebody is on the last breath, which you still hope के बंदा will survive, will come through. Yeah. But this is the life, the fact है, because one day everybody need to go and make use of your body. किसी तरह तुसी सेवा करके जाओगे, किसी को life देके जाने हो. You must consider this. तुसी अपना जिदा टवलीन ने पहला किया, please तुसी research करो, medical team ने करो, जितना तुसी गल करनी चाहते हो ना, अपना check करके, family discuss करके, अगर तुसी feel करते हो there's some of your organs which can be donated, which are fit and without कोई problem ना, healthy होवे, ते कोई सेवा करके जाओ, would be so nice. I think बहुत ज़रूरी गल हैगी है. ते बाकी ਹੁਣ ਤੁਸੀਂ ਵੇਖ ਲਾ CCTV ਤੇ ਲੈ ਕੇ ਆਏ ਹੋ,
ਹੋਰ ਤੁਸੀਂ ਕਿਸ ਤਰ੍ਹਾਂ ਲੋਕਾਂ 'ਚ ਪਾਉਂਦੇ ਹੋ ਕਿ ਦਿਸ ਇਜ਼ ਸਮਥਿੰਗ ਐਵਰ ਘਰ ਘਰ 'ਚ ਗੱਲ ਹੋਣੀ ਚਾਹੀਦੀ ਹੈ? ਬਿਲਕੁਲ ਅਸੀਂ ਨਾ ਮੈਂ ਦੇਖੋ ਜਿਸ ਤਰ੍ਹਾਂ ਮੈਂ ਥੋੜੀ ਦੇਰ ਕਿਸੇ ਨਾਲ ਗੱਲ ਕਰ ਰਹੀ ਸੀ ਆਪਣੇ ਗਰੁੱਪ ਦੇ ਵਿੱਚ ਤੇ ਮੈਂ ਕਿਹਾ ਕਿ ਇਟਸ ਵੈਰੀ ਸੈਡ ਨਾ ਅਸੀਂ ਡੈਥ ਦਾ ਅਸੀਂ ਨਾਂ ਨਹੀਂ ਲੈਂਦੇ, ਅਸੀਂ ਡਰਦੇ ਹਾਂ, ਅਸੀਂ ਕਰਦੇ ਹਾਂ ਬੱਚਿਆਂ ਦਾ ਵੱਜਿਆਂ ਦਾ ਬੜਾ ਮੁਸ਼ਕਲ ਹੁੰਦਾ। ਤੇ ਮੈਂ ਤੁਹਾਨੂੰ ਦੱਸ ਰਹੀ ਸੀ ਮੇਰੇ ਬੱਚੇ ਹਸਪੀਟਲ 'ਚ ਕੰਮ ਕਰਦੇ ਸੀ, ਕੋਵਿਡ ਸੀ, ਸਟ੍ਰੈਸ ਨਾਲ ਭਰੇ ਪਏ ਸੀ, ਪਰ ਨਾ ਦੇਖਿਆ ਜਾਏ ਤੇ ਜਿਹੜੀ ਗੱਲ ਹੋਣੀ ਹੈ ਨਾ ਉਹ ਹੋਣੀ ਹੈ। ਗੁਰੂ ਸਾਹਿਬ ਕਹਿੰਦੇ ਨੇ ਨਾ ਕਿ ਜਿਹੜਾ ਜੰਮਿਆ ਉਹਨੇ ਮਰਨਾ। ਫਿਰ ਜਿਸਲੇ ਮਰਨ ਨਾ ਜਾਪੇ ਮੂਰਤ ਪੁੱਛਿਆ ਪੁੱਛੀ ਥਿਤ ਨਾ ਵਾਰ। ਜਿਸਲੇ ਡੈਥ ਆਣੀ ਹੈ ਨਾ उसले कोई ਇਹ ਨਹੀਂ ਪਤਾ ਕਿ ਕਿਸ ਵੇਲੇ ਆਣੀ ਹੈ, ਉਮਰ ਕਿਹੜੀ ਚ ਆਣੀ ਹੈ, ਟਾਈਮ ਕਿਹੜੇ ਚ ਆਣੀ ਹੈ, ਵਾਰ ਕਿਹੜੇ ਵਿੱਚ ਆਣੀ ਹੈ। ਵਨ ਥਿੰਗ ਜਿਹੜੀ ਅਸੀਂ ਗੱਲ ਕਰ ਤੋਂ ਡਰਦੇ ਹਾਂ ਉਹ ਹੈ ਸਰਟਨ ਥਿੰਗ ਜਿਹੜੀ ਹੈ ਉਹ ਹੈ ਕਿ ਜਿਹੜਾ ਜੰਮਿਆ ਉਹਨੇ ਜਾਣਾ। ਇੱਕ ਕੋਇਨ ਦਾ ਦੂਜਾ ਪਾਸਾ ਜਿਹੜਾ ਨਾ ਉਹ ਹੈਗਾ ਜੰਮਣਾ ਤੇ ਮਰਨਾ। ਕੋਈ ਦੇਖ ਲਓ, ਮੈਂ ਨਹੀਂ ਤਾਂ ਕਹਿ ਸਕਦੀ ਕਿ ਬਾਹਰ ਮੈਂ ਇੱਥੇ ਜਾਵਾਂਗੀ ਜਾਂ ਨਹੀਂ ਜਾਵਾਂਗੀ, ਨਥਿੰਗ ਇਜ਼ ਸਰਟਨ, ਪਰ ਇੱਕ ਗੱਲ ਜਿਹੜੀ ਸਰਟਨ ਆ ਉਹ ਹੈਗੀ ਹੈ। ਇਸ ਕਰਕੇ ਉਹਦੇ ਤੋਂ ਘਬਰਾਉਣ ਦੀ ਕੀ ਲੋੜ ਹੈ, ਗੱਲ ਕਰਨੀ ਚਾਹੀਦੀ ਹੈ। ਤੇ ਖਾਸ ਕਰਕੇ ਨਾਲ ਇਹ ਵੀ ਹੈਗਾ ਕਿ ਜਿਹੜੇ ਔਰਗਨਸ ਹਨ ਸਾਰਿਆਂ ਦੇ ਨਹੀਂ ਅਸੀਂ ਲੈ ਸਕਦੇ ਨਾ, ਜਿਨ੍ਹਾਂ ਦੀ ਨੈਚੁਰਲ ਡੈਥ ਹੁੰਦੀ ਹੈ ਤੇ ਉਹ ਹੋ ਗਈ ਤੇ ਉਹ ਬ੍ਰੇਨ ਤੋਂ ਉਸ ਵੇਲੇ ਖਤਮ ਹੋ ਗਿਆ। ਜਿਸ ਦੀ ਡੈਥ ਹਸਪੀਟਲ 'ਚ ਹੁੰਦੀ ਹੈ ਜਾਂ ਕੁਝ ਐਕਸੀਡੈਂਟ ਨਾਲ ਹੋ ਜਾਂਦੀ ਹੈ ਜਿਹਦੇ 'ਚ ਮਸ਼ੀਨਾਂ ਲੱਗੀਆਂ ਹੋਈਆਂ, ਬਿਲਕੁਲ। ਹੁਣ ਮੇਰੀ ਫਰੈਂਡ ਦੱਸ ਰਹੀ ਸੀ ਉਸ ਦੀ ਸਿਸਟਰ 40 ਸਾਲ ਦੀ ਵਿਚਾਰੀ, ਛੋਟੇ ਛੋਟੇ ਬੱਚੇ ਹੈ ਤੇ ਕਹਿੰਦੀ ਉਹਦੀ ਸਡਨਲੀ ਬ੍ਰੇਨ ਹੈਮਰੇਜ ਹੋ ਗਈ। ਕਹਿੰਦੇ ਹੁਣ ਅਸੀਂ ਕੀ ਕਰੀਏ, ਪਰ ਉਹ ਗੱਲਾਂ ਕਰਦੀ ਹੁੰਦੀ ਸੀ ਕਿ ਮੈਂ ਆਪਣੇ ਔਰਗਨਸ ਦੇਣੇ ਆ। ਤੇ ਕਹਿੰਦੀ ਅਸੀਂ ਉਸ ਵੇਲੇ ਬੈਠ ਕੇ ਟਾਈਮ ਨਹੀਂ ਹੁੰਦਾ, ਕਹਿੰਦੇ ਉਸ ਵੇਲੇ ਕਦੇ ਹਸਬੈਂਡ ਨੇ ਉਹਦੇ ਕੁੜੀ ਦੇ ਹਸਬੈਂਡ ਨੇ ਕਹਿੰਦੇ ਅਸੀਂ ਗੱਲ ਕੀਤੀ ਕਿ ਉਹ ਕਹਿੰਦੀ ਸੀ ਤੇ ਅਸੀਂ ਉਹਦੀ ਇੱਛਾ ਪੂਰੀ ਕਰਨੀ ਆ, ਅਸੀਂ ਔਰਗਨਸ ਦੇਣੇ ਆ। ਵਿਦਿਨ 15-20 ਮਿੰਟਾਂ 'ਚ ਉਹਨਾਂ ਨੂੰ ਡਿਸਾਈਡ ਕਰਨਾ ਪਿਆ। ਫਿਰ ਕਹਿੰਦੇ ਅਸੀਂ ਪਿੱਛੋਂ ਸਾਨੂੰ ਅਸੀਂ ਵਾਹਿਗੁਰੂ ਦਾ ਲੱਖ ਲੱਖ ਸ਼ੁਕਰ ਕਰਦੇ ਹਾਂ ਕਿ ਸਾਨੂੰ ਅਕਲ ਆਈ। ਇਹਦੀ ਵੀ ਮੈਂ ਗੱਲ ਕਰਾਂਗਾ ਜਦੋਂ ਤੁਸੀਂ 15-20 ਮਿੰਟ ਦਿੱਤੇ ਨਾ ਕਿ ਸਮ ਕੁਐਸਚਨ ਮੇਰੇ ਮਨ 'ਚ ਤੁਸੀਂ ਫਿਨਿਸ਼ ਕਰਵਾ। ਹਾਂਜੀ ਬਸ ਉਹਨਾਂ ਨੇ ਕਹਿੰਦੇ ਸਾਨੂੰ ਅਸੀਂ ਵਾਹਿਗੁਰੂ ਦਾ ਸ਼ੁਕਰ ਕੀਤਾ ਤੇ ਉਹਦੇ ਔਰਗਨਸ ਉਹਦੇ ਦੇ ਦਿੱਤੇ ਤੇ ਕਿੰਨੇ ਬੰਦਿਆਂ ਦੇ ਕੰਮ ਹੋਏ। ਕਹਿੰਦਾ ਗਿਫਟ ਆਫ ਲਾਈਫ ਕਿਸੇ ਨੂੰ ਦਿੱਤਾ, ਕਿਸੇ ਦੀ ਲਾਈਫ ਪ੍ਰੋਲੋਂਗ ਹੋ ਗਈ ਹੈ। ਦੇਖੋ ਜਿਹਨੂੰ ਮਿਲਦੇ ਆ ਉਹਨਾਂ ਦੇ ਵੀ ਛੋਟੇ ਛੋਟੇ ਬੱਚੇ ਹੋ ਸਕਦੇ ਆ, ਉਹ ਬਚ ਗਏ ਆ। ਉਹ ਨਾ ਇਸ ਤਰ੍ਹਾਂ ਦਾ ਦੇਖਿਆ ਜਾਏ ਕਿੰਨੀ ਸੰਕਟ ਕਿੰਨੀ ਜ਼ਰੂਰਤ ਉਹਨਾਂ ਨੂੰ ਵੀ ਹੋਈ ਹੈ, ਉਹ ਕਿੰਨੇ ਥੈਂਕਫੁਲ ਹੁੰਦੇ ਨੇ। ਬਿਲਕੁਲ ਅਸੀਂ ਉਹ ਤਾਂ ਨਹੀਂ ਕੋਈ ਚੀਜ਼ ਦਿੰਦੇ ਜਿਹੜੀ ਸਾਡੀ ਆ ਨਾ, ਅਸੀਂ ਤਾਂ ਖਤਮ ਹੋ ਗਏ ਆ, ਉਹ ਤਾਂ ਖਤਮ ਹੋ ਗਿਆ। ਜਿਸ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਨਾ ਪਵਨੇ ਮੇ ਪਵਨ, ਜਿਸ ਤਰ੍ਹਾਂ ਜਿੰਨੀਆਂ ਅਸੀਂ 5 ਤੱਤਾਂ ਤੋਂ ਬਣਿਆ, 5 ਤੱਤ ਖਤਮ ਹੋ ਗਏ। ਪਵਨੇ ਮੇ ਪਵਨ ਹੋਇਆ ਤੇ ਜੋਤੀ ਮੇ ਜੋਤ ਚਲੀ ਗਈ ਤੇ ਮਾਟੀ ਮੇ ਮਾਟੀ ਹੋ ਗਿਆ। ਉਹ ਤਾਂ ਸਾਰਾ ਅਸੀਂ ਖਤਮ ਹੋ ਗਿਆ ਨਾ, ਓਨਲੀ ਦੈਨ ਦਿੱਤਾ। ਤੇ ਜੇ ਅਸੀਂ ਡੈਥ ਵਿੱਚ ਵੀ ਸੇਵਾ ਕਰ ਸਕਦੇ ਹਾਂ ਤੇ ਵਾਹਿਗੁਰੂ ਦੀ ਮਿਹਰ ਹੋਏਗੀ। ਮੈਂ ਇੱਕ ਗੱਲ ਕਲੀਅਰ ਕਰਾਂਗਾ, ਜਦੋਂ ਅਸੀਂ ਟਾਕ ਕਰਦੇ ਹਾਂ ਆਰਗਨ ਡੋਨੇਸ਼ਨ ਦਾ, ਅੱਜ ਰਾਤ ਦਾ ਲੋਟ ਆਫ ਪੀਪਲ ਗੈਟ ਟਿਊਨਡ ਇਨ। ਮੇਰਾ ਸ਼ੋਅ ਬਹੁਤ ਰਿਲੀਜੀਅਸਲੀ ਮੇਰਾ ਪ੍ਰੋਗਰਾਮ ਵਾਚ ਕਰਦੇ ਨੇ, ਹਰ ਕੰਟਰੀ 'ਚ ਵਾਚ ਹੁੰਦਾ ਪਿਆ। ਪਲੀਜ਼ ਇੱਦਾਂ ਨਾ ਸੋਚਿਓ ਕਿ ਮੈਂ ਕਿਹੜੇ ਟਾਈਮ ਤੇ ਕਿੱਦਾਂ ਦੀ ਗੱਲ ਕਰਦਾ, ਬਿਕੋਜ਼ ਇਹ ਗੱਲ ਕਰਨੀ ਕੋਈ ਟਾਈਮ ਨਹੀਂ ਹੈ। ਤੁਸੀਂ ਸੁਬਾਹ ਕਰੋਗੇ ਗਲਤ ਟਾਈਮ ਹੈ, ਦੁਪਹਿਰ ਕਰੋਗੇ ਗਲਤ ਟਾਈਮ ਹੈ, ਰਾਤ ਦੇ ਟਾਈਮ ਕਰਦੇ ਇਟਸ ਅ ਰੋਂਗ ਟਾਈਮ। ਸੋ ਦੇयर इज नो ਰਾਈਟ ਟਾਈਮ ਫॉर ਇਟ। The life fact ਹੈਗਾ, we have to face it, we need to talk about it. Totally, we are very sensitive people, very emotional. It's not to break the ice and tell people okay, they should start thinking. How difficult you feel this It's is? so difficult, and that's why I don't know. It's never nice thinking about To talk death about, and exactly. end of life. It's horrible, and especially now with COVID and illnesses all around us, it's such a difficult time to be thinking about people being ill, and so I think that's why it's always good to kind of start the conversation before that happens. You can think about it before anyone is actually ill. Think about kind of your beliefs and do your research, become informed. I think being informed is the most important thing. Whether or not you choose to donate your organs, make sure you think about it, read about it, talk to your family about it. And it's also important to say that when the time comes and someone passes away, if they give their organs or not, there are always support systems in place to help the family. Every hospital has counsellors that you can talk to, grievance advice. That's the next question. You're reading No, my brain. but Very good. it's grieving is so difficult, and everyone does it in their own way. And it's important to remember that
if it's something that upsets you, there are people you can talk to and services to reach Counselling out वगैरह, to. every kind of If- help. Yeah, and even if before it happens you're upset by it, please talk to people about it. There are so many people and services and proper medical support systems in place to be able to help एक मैंने you. बहुत अच्छा लगा क्योंकि कॉल थ्रू आंदा मैसेज मिले मैंने only going to ask Tavleen a question. Please अगर तुसी गल नहीं करना चाहते call in. मेरी it's a politeness. I need to ask your name. अगर तुसी नाम नहीं देना it's quite okay. You don't have to give me your name. तुसी उधर भी सवाल पूछ सकते हो. अच्छा लगेगा अगर तुसी कॉल करोगे. We can discuss about it. We can elaborate. Professional Tavleen आंसर कर सकती है. पैजी आंसर कर सकते हैं. Almost professional. We're Almost doing it very well. professional. We're doing it very well. Anyway, Tavleen, there's one question which has just come through. Obviously, the younger person can donate to the older person, but does the age go be compatible to each other, or No, so the age doesn't have to be compatible. It's more about the health of the person and the organ. Yes. So the doctors will advise you specifically on whether or not you can donate your organs, and there are certain health conditions or certain kind of illnesses that you can have that will prevent you from donating your organs, but that will always be discussed. But age isn't an issue, and it's not something that you should worry about. You can be 70, 80. I think there was even a 90-year-old or 93-year-old who 90, donated an organ after death last year. So it's very possible for anyone of any age to donate their organs. But it's a good question. I think it's important very as well. good question. This is because going to mean people are listening to No, the yeah, and people assume that it's only young and healthy people can donate, but actually everyone can. every can. Yeah, but see, it all depends कि ਤੁਹਾਡਾ organs कितने healthy हैं. बिल्कुल Age ਦਾ ਨਹੀਂ ਪਤਾ that's what you ਲੱਗਦਾ said, ਹੈਗਾ. yeah. Yeah, so- ਬਸ ਜਿਸ ਤਰ੍ਹਾਂ ਨੇ ਕਿਹਾ ਨਾ ਕਿ ਕਹਿੰਦੇ ਨੇ ਕਿ ਵੀ up to 8 from 0 to 18 years ਦੇ ਜਿਹੜੇ ਬੱਚੇ ਆ ਨਾ ਉਹਨਾਂ ਨੂੰ ਪੇਰੈਂਟਸ ਨੂੰ ਪਰਮਿਸ਼ਨ ਦੇਣੀ Yeah. ਪੈਗੀ. Naturally, ਤੇ ਹਾਂ। 18 ਤੋਂ ਉੱਪਰ ਜਿਹੜੇ ਆ ਨਾ ਉਹ ਫਿਰ ਆਪ ਵੀ That's a good answer because it could be young, but you might not be healthy. Yes, and Yeah. again, it depends on the compatibility of the organ and other conditions you might have rather than age itself. You But the know, doctors will always advise. Sometimes, I don't know whoever wants to answer me, some person has decided to donate. He didn't discuss with the family. Yeah. Now, how important is for the family to know? Yeah. Can I jump in with this one? Sorry, and then I'll let you talk. It's so important to talk with the family because, like I mentioned, in the UK it's an opt-out system. So technically, everyone is already on the register, and at the time of death, their organs can be donated. However, if the family aren't happy with it, and if they don't want this to happen, or there's some confusion, it won't go ahead. So ultimately, it's up to the family whether or not this happens. They can overturn the decision. So they can, well, yeah, because, the family are the ones who are grieving, they're the ones who might kind of want to have ceremonies with the body, etc., etc. And so it becomes difficult it becomes difficult to go against the family's wishes, and the doctor would never do that. The doctors and the medical team are very respectful of the family and how they're feeling, which is why, like I said, grieving is such an emotional process, and there's so much to think about and so many feelings that isn't the time to then also have to start thinking about organ donation. If you think about it before and you can prepare yourself mentally and emotionally for that, then that's the best thing that you can do, so that come that time you can focus on looking after yourself and helping yourself through without all of this Age-wise, extra. we are clear now. You've really well explained me that. What about the gender, male and female? I don't think gender matters, because for organs they don't really differ between men and women. One thing to say is, I think Nani touched on it earlier, but within different communities, sometimes organs are more compatible if it's from someone of the same ethnicity as you, which is why it's really important for us to encourage, our fellow Sikhs and Punjabis and Indians to donate their organs, because there is quite a low uptake of a low amount of organ donation within these communities, and that's really important because, as I just mentioned, the organs, it's good if they're from the same background. That's where the ethnicity is very, very important, because white person's organs ਸਾਡੇ ਏਸ਼ੀਅਨ ਨਾਲ ਨਹੀਂ ਮਿਲਣਗੇ। ਵੈਸੇ ਤੁਸੀਂ ਦੇਖਿਆ ਵੀ ਹੋਏਗਾ, ਏਸ਼ੀਅਨਸ ਦੇ ਯੂਜਲੀ ਫੈਮਿਲੀ, ਨੀਅਰੈਸਟ ਫੈਮਿਲੀ ਦੇ ਨਾਲ ਜ਼ਿਆਦਾ ਮਿਲਦੇ ਆ, ਤੇ ਜਾਂ ਉਸੇ ਬੈਕਗਰਾਉਂਡ ਦਾ। ਹੁਣ ਅਸੀਂ ਪੰਜਾਬੀ ਹਾਂ,
ਜਿਹੜੇ ਪੰਜਾਬੀ ਨੇ ਉਹਨਾਂ ਦੀ ਪੰਜਾਬੀਆਂ ਨਾਲ ਹੀ ਮਿਲਣਗੇ। ਅਸੀਂ ਸਾਡੇ ਕਈ ਲੋਕੀ ਕਹਿੰਦੇ ਨੇ, ਝਗੜਦੇ ਵੀ ਰਹੇ ਨੇ, ਤੁਹਾਨੂੰ ਪਤਾ ਹੀ ਹੈ ਕਿ ਨਹੀਂ ਸਿੱਖ ਲਿਖੋ, ਸਿੱਖ ਕਾਲੇ ਵੀ ਹੈ, ਸਿੱਖ ਚਿੱਟੇ ਵੀ ਹੈ, ਸਿੱਖ ਏਸ਼ੀਅਨ ਵੀ ਹੈ, ਹੈ ਨਾ। ਉਹ ਜਿਹੜਾ ਮੈਚ ਆ ਨਾ, ਉਹ ਸਾਡਾ ਮੋਸਟ ਲਾਈਕਲੀ ਜਿਹੜੇ ਤੁਸੀਂ ਪੰਜਾਬੀ ਹੋ ਤੁਹਾਡਾ ਪੰਜਾਬੀਆਂ ਨਾਲ ਹੀ ਹੋਏਗਾ, ਜੇ ਤੁਸੀਂ ਵਾਈਟ ਹੋ ਤੁਹਾਡਾ ਵਾਈਟ ਲੋਕਾਂ ਨਾਲ ਹੀ ਹੋਏਗਾ, ਕਾਲੇ ਬਲੈਕ ਬੈਕਗ੍ਰਾਉਂਡ ਦੇ ਹੋ ਤੇ ਤੁਹਾਡਾ ਉਹਨਾਂ ਨਾਲ ਹੀ ਹੋਏਗਾ। ਇੱਕ ਬਹੁਤ ਇੰਪੋਰਟੈਂਟ ਹੈ, ਅਸੀਂ ਜੋ ਡਿਸਕਸ ਕਰਦੇ ਹਾਂ, we leave it to the last minute. ਜਿੱਦਾਂ ਤਵਲੀਨ ਨੇ ਦੱਸਿਆ, because there is only 2 hours spent, you can actually have window. I don't know exactly Roughly. how long, but much less than a day even. Yeah. It's a very short window, yes. ਬੈਸਟ ਪਤਾ ਕੀ ਹੁੰਦਾ, ਦੇਖੋ ਤੁਸੀਂ ਸ਼ੋਅ ਦੇਖਿਆ, ਸਟਾਰਟ ਟਾਕਿੰਗ ਵਿਦ ਦ ਫੈਮਿਲੀ ਰਿਲੇਟਿਵਸ, ਆਪਣੇ ਕਲੋਜ਼ ਨਾਲ ਗੱਲ ਕਰੋ। ਇਹ ਚੀਜ਼ਾਂ ਨਾ ਯੂ ਕੈਨ ਲੀਵ ਇਟ ਟਿਲ ਦ ਲਾਸਟ ਮਿੰਟ, ਕਿ ਜਦੋਂ ਬੰਦਾ ਹਸਪੀਟਲ ਪਿਆ ਹੋਵੇ ਐਂਡ ਦ ਡਾਕਟਰ ਸੇ ਤੁਸੀਂ ਕੀ ਕਰਨਾ, ਇਟਸ ਵੈਰੀ ਡਿਫਿਕਲਟ। ਵਨ It's ਹੈਂਡ very ਦੇयर ਇਜ਼ ਅ ਪਰਸਨ Yeah. you're trying to lose, the Yes, other sir. ਤੁਸੀਂ decide There's a- ਕਰਦੇ ਹੋ। It's no Exactly. easy decision. It's no easy decision no easy at all. decision. ਮੈਨੂੰ ਮੇਰੀ ਇੱਕ ਫਰੈਂਡ ਦੱਸਦੀ ਸੀ, ਉਸ ਦੇ ਮਦਰ ਦੇ ਨਾ ਬਿਮਾਰ ਹੋ ਗਏ ਤੇ ਉਹਨਾਂ ਦੀ ਆਈਜ਼ ਠੀਕ ਸੀਗੀਆਂ, ਤੇ ਉਹਨਾਂ ਨੇ ਕਿਹਾ ਕਿ ਮੈਂ organs ਡੋਨੇਟ ਕਰਨੇ ਆ, ਤੇ ਡਾਕਟਰ ਕਹਿੰਦਾ ਕਿ ਸਿਰਫ ਆਈਜ਼ ਤੁਸੀਂ ਕਰ ਸਕਦੇ ਹੋ, ਹੋਰ ਨਹੀਂ। ਤੇ ਉਹ ਕਹਿੰਦੇ ਹਾਂ, ਉਹਨਾਂ ਨੇ ਲਿਖਤਾ। ਫਿਰ ਥੋੜੀ ਦੇਰ ਬਾਅਦ ਜਦੋਂ ਉਹਨਾਂ ਦੀ ਡੈਥ ਹੋ ਗਈ ਤੇ ਉਹ ਡਾਕਟਰ ਨੂੰ ਪਤਾ ਸੀ, ਡਾਕਟਰ ਨੇ ਕਿਹਾ ਕਿ ਇਹਨਾਂ ਨੇ ਡੋਨੇਟ ਕਰਨੀ ਆਈਜ਼, ਤੇ ਉਹਨਾਂ ਦੀ ਇੱਕ ਸਿਸਟਰ ਨੂੰ ਪਤਾ ਸੀ, ਹੋਰ ਕਿਸੇ ਨੂੰ ਕੋਲ ਭਰਾ ਸੀ, ਉਹ ਕਹਿੰਦਾ ਨਹੀਂ ਮੈਨੂੰ ਨਹੀਂ ਪਤਾ, ਉਹ ਕਹਿੰਦਾ ਮੇਰੇ ਕੋਲ ਲਿਖਿਆ ਹੋਇਆ ਦੇਖ ਲਓ। ਉਹ ਕਹਿ ਗਏ ਸੀ ਕਿ ਉਹਨਾਂ ਦੀ ਵਿਸ਼ ਹੈ ਤੇ ਆਈਜ਼ ਕੈਨ ਲਾਸਟ ਬਿਟ ਲੌਂਗਰ। ਤੇ ਉੱਥੇ ਉਹਨਾਂ ਨੇ ਅਫਰਾ ਦਫੜੀ, ਸਾਰੀ ਦੁਨੀਆ 'ਚ, ਕੋਈ ਇੰਡੀਆ 'ਚ ਬੈਠਾ, ਕੋਈ ਇੰਗਲੈਂਡ 'ਚ ਬੈਠਾ, ਕੋਈ ਕੀਨੀਆ 'ਚ ਬੈਠਾ, ਉਹਨਾਂ ਨੂੰ ਫੋਨ ਕੀਤੇ, ਉਹਨਾਂ ਨੇ ਫਿਰ ਸਾਰਿਆਂ ਨੇ ਕਿਹਾ ਹਾਂ ਹਾਂ ਦੇ ਦਿਓ। ਪਰ ਉਹਨਾਂ ਨੇ ਗੱਲ ਸਾਰੀ ਫੈਮਿਲੀ ਨਾਲ ਨਹੀਂ ਸੀ ਕੀਤੀ ਹੋਈ, ਸਿਰਫ ਆਪਣੀ ਭੈਣ ਨਾਲ ਕੀਤੀ ਹੋਈ ਸੀ। ਉਹਨੇ ਫਿਰ ਕਿਹਾ ਕਿ ਹਾਂ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਸੀ ਤੇ ਡਾਕਟਰ ਨੂੰ ਕਿਹਾ ਹੋਇਆ ਸੀ ਤੇ ਡਾਕਟਰ ਨੇ ਲਿਖਿਆ ਹੋਇਆ ਸੀ। ਦੇਖੋ ਜਿਹੜਾ ਪ੍ਰੋਸੀਜਰ ਹੈ ਨਾ ਆਰਗਨ ਡੋਨੇਸ਼ਨ ਦਾ, ਇਹ ਵੇਰੀਜ਼ ਫਰਮ ਕੰਟਰੀ ਟੂ ਕੰਟਰੀ, ਫਰਮ ਪੀਪਲ ਟੂ Yeah. ਪੀਪਲ। ਅਸੀਂ ਹੁਣ ਇੰਗਲੈਂਡ ਦੀ ਗੱਲ ਕਰਦੇ ਹਾਂ, ਇੰਡੀਆ ਪਾਕਿਸਤਾਨ ਦੀ ਤੁਸੀਂ ਗੱਲ ਕਰੋ, ਇਹ ਟੋਟਲੀ ਡਿਫਰੈਂਟ। ਪਤਾ ਨਹੀਂ ਦੋਸਤੋ ਤਾਂ ਤੁਸੀਂ ਪਰਮਿਸ਼ਨ ਦਿਓ ਨਾ ਦਵੋ, ਉੱਦਾਂ ਹੀ organ ਕੱਢ ਕੇ Yeah. ਲੈ ਜਾਂਦੇ, ਯੂ ਨੋ Yeah. ਵਰਡ ਦੋਸ ਸਟੋਰੀਜ਼, ਹਾਊ ਮਚ ਟਰੂ Yeah. ਦੇ। ਕਈ Can ਗੱਲਾਂ I- ਨਾ ਸਾਡੇ ਦਿਮਾਗ ਵਿੱਚ ਵੜ ਗਈਆਂ ਹੋਈਆਂ ਕਿ ਸ਼ਾਇਦ ਉਹ ਬੇਈਮਾਨੀ ਨਾਲ ਲੈ ਲੈਂਦੇ ਨੇ, ਉਹ ਕਰ, ਪਰ ਇੱਥੇ ਨਹੀਂ ਹੈ। ਇੱਥੇ ਨਹੀਂ ਹੈ, ਬੜੇ ਬਿਲਕੁਲ ਨਹੀਂ ਹੈ। ਕੰਪਲੀਟਲੀ ਕੰਪੀਟੈਂਟ ਡਾਕਟਰਸ, ਐਥਿਕਲੀ। Yeah, so Yeah. sorry, I don't Go- interrupt. go. I just want to touch on something Nani said earlier. With the eye donation, it's not the whole eye, it's just the cornea, which is part of the eye. Yeah. So the eyes are still in the person after death, it's just the bit of the eye. But yeah, so it's very important to remember that all the doctors in the UK, and I'm sure in other countries too, I don't know about other countries, they are trained so professionally. They are the most ethical people. The ethics exams and the guidance, the training that we have is next to none. There will never be a shadow of doubt that the most moral decision has been made. That, worrying about perhaps, has death been confirmed correctly, or is it in the patient's interest for this to happen? 100%, the medical team do what's in the patient's best interest. Death is confirmed by a lawyer and a professional coroner separate to the team, and none of the doctors treating the patient are involved in the organ donation. That's an entirely separate team. They're only called once, unfortunately, the patient might have passed away. And so if you're in doubt, you can definitely talk to the doctors in charge of the family's care, for example, or even before that, you can look things up online, you can talk to your doctor about it, but I can promise you that every decision made is with the patient's best interest at heart. ਬਹੁਤ ਇੰਟਰਸਟਿੰਗ ਗੱਲ ਦੱਸੀ। ਦਿਸ ਇਜ਼ ਸੋ ਇੰਪੋਰਟੈਂਟ। ਜਦੋਂ ਤੁਸੀਂ ਗੱਲਾਂ ਸੁਣਦੇ ਹੋ ਦੂਸਰੇ, ਆਮ ਸ਼ੋਰ ਹਰ ਕੰਟਰੀ 'ਚ ਆਪਣਾ ਲਾਅ ਹੈਗਾ, ਕਿਤੇ ਬਿਲਕੁਲ ਲਾਅ ਹੈਗਾ, ਕਿਤੇ ਨਹੀਂ ਹੈਗਾ। ਸੋ ਮੇਬੀ ਵੀ ਬਿਟ ਵਰੀਡ ਦਿਸ ਕੰਟਰੀ ਕਿ ਸ਼ਾਇਦ ਇੱਥੇ ਵੀ ਸ਼ੀ ਮੇਡ ਇਟ ਵੈਰੀ ਕਲੀਅਰ ਕਿ ਦਿਸ ਥਿੰਗਸ ਕੈਨ ਨੋ ਹੈਪਨ, ਸਪੈਸ਼ਲੀ ਇਨ ਇੰਗਲੈਂਡ ਦੇ ਵਿੱਚ, ਵਿਚ ਇਜ਼ ਵੈਰੀ ਇੰਪੋਰਟੈਂਟ। ਆਮ ਗਲੈਡ ਯੂ ਕੈਨ ਦੈਟ। Very. ਹੁਣ ਅਸੀਂ ਨਾ ਆ ਵੀ ਸੈਂਟੀਮੈਂਟਲ, ਆ ਵੀ ਰਿਲੀਜੀਅਸ ਨੂੰ ਲੈ ਕੇ ਬੈਠ ਜਾਂਦੇ ਹਾਂ। ਅਸੀਂ ਬਹੁਤ ਰਿਲੈਕਟੈਂਟ ਹੈਗੇ ਕਿਸੇ, we don't talk about it. How do you start the yeah. conversation at home? I think, like I mentioned before, death is such a horrible thing to start talking about. Exactly. And I think there is also a bit of a stigma culturally about talking about death. People don't want to talk about it, people don't want to think about it. But it is, as Nani mentioned before, it's a part of life that at some point, unfortunately, we all do have to think about, whether it's us or our family members or our friends. And I think just making kind of a comfortable space where
you can bring up the conversation is important. You know, if a family member or a friend wants to talk about it, if you're emotionally okay to do so, then encourage that conversation. Don't, you know, shy away from it. There are groups that you can talk to as well, like I mentioned before. You know, there are support systems in place to help you come to terms with all of the stuff that's going on and help you make these decisions as well. But yeah. ਨਾਲੇ ਨਾ ਸਾਨੂੰ ਇਹ ਯਾਦ ਰੱਖਣਾ ਕਿ ਜਿਹੜੇ ਨਾ ਚਲੇ ਗਏ ਆ ਨਾ, ਉਹ ਗੁਰਬਾਣੀ ਕਹਿੰਦੀ ਹੈ ਮੋਇਆ ਗੰਢ ਨੇਕੀ ਸਭ ਹੋਏ, ਕਿ ਜਿਹੜੀ ਸਾਡੀ ਨੇਕੀ ਉਹ ਛੱਡ ਜਾਂਦੇ ਨੇ, ਜਿਹੜੇ ਗੁੱਡ ਡੀਡਸ ਉਹ ਕਰ ਗਏ ਨੇ, ਜਿਹੜੇ ਚੰਗੇ ਕੰਮ ਕਰ ਗਏ ਨੇ, ਉਹਨਾਂ ਨਾਲ ਸਾਡੀ ਉਹਨਾਂ ਦੀ ਗੰਢ ਤਾਂ ਹਮੇਸ਼ਾ ਹੀ ਰਹਿੰਦੀ ਹੈ। ਉਹ ਅਸੀਂ ਉਹਨਾਂ ਨੂੰ ਹਮੇਸ਼ਾ ਯਾਦ ਕਰਦੇ ਹਾਂ, ਹੁਣ ਵੀ ਕਰਦੇ ਹਾਂ ਨਾ। ਜਿਹੜੇ ਵੱਡੇ ਪੈਗੰਬਰ ਸਾਡੇ ਵੱਡੇ ਹੋਏ ਨੇ ਬੰਦੇ, ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ। ਕਿਉਂ ਯਾਦ ਕਰਦੇ ਹਾਂ? ਕਿ ਉਹਨਾਂ ਨੇ ਚੰਗੇ ਕੰਮ ਕੀਤੇ। ਅਤੇ ਇਹ ਜਿਹੜੇ ਕੰਮ ਨੇ, ਜਿਹੜੇ ਗੁੱਡ ਡੀਡਸ ਨੇ, ਉਹੀ ਹਮੇਸ਼ਾ ਰਹਿੰਦੇ ਨੇ। ਇਹ ਜਿਹੜੀ ਫਿਜ਼ੀਕਲ ਬਾਡੀ ਹੈ ਨਾ, ਇਹ ਤਾਂ ਫਿਜ਼ੀਕਲ ਤਾਂ ਚਲੀ ਜਾਣੀ ਹੈ, ਅੱਜ ਨਹੀਂ ਤੇ ਕੱਲ੍ਹ ਨਹੀਂ ਤੇ ਪਰਸੋਂ ਨਹੀਂ, ਕਿਸੇ ਨੂੰ ਨਹੀਂ ਕੋਈ ਪਤਾ ਕਦੋਂ ਚਲੀ ਜਾਣੀ ਹੈ। ਉਹਦਾ ਫਿਕਰ ਨਹੀਂ ਕਰਨਾ ਚਾਹੀਦਾ। ਅਤੇ ਬਾਕੀ ਮੈਂ ਤਾਂ ਇਹ ਵੀ ਕਹਾਂਗੀ ਕਿ ਜਿਹੜੀ ਸਪਿਰਿਚੁਅਲ ਡੈਥ ਹੈ ਨਾ, ਉਹ ਸਾਡੇ ਹੱਥ ਵਿੱਚ ਹੈ। ਸਾਨੂੰ ਸਪਿਰਿਚੁਅਲ ਡੈਥ ਨਹੀਂ ਆਉਣ ਦੇਣੀ ਚਾਹੀਦੀ, ਫਿਜ਼ੀਕਲ ਦਾ ਸਾਨੂੰ ਫਿਕਰ ਨਹੀਂ ਕਰਨਾ ਚਾਹੀਦਾ। ਦੇਖੋ, ਅਸੀਂ ਵੀ talking about very difficult to talk at home. I said that in Punjabi a few minutes ago. About this program tonight, I every time ask my viewers, please give me your feedback. Tell me what kind of programs you like, what discussion would you like me, what kind of guests should I bring it on. I'm sure nobody going to appreciate me talking this tonight, definitely. And I said earlier, as subject, there is no right time, there's no right place. No. But it's a fact of life. We need to talk, we need to be more mature about it, be more sensible, because I can't say children, granddaughter अपनी Lady Singh ਦੀ ਇੱਦਾਂ ਦੇ ਬੱਚੇ ਹੈਗੇ ਐਜੂਕੇਟਿਡ, ਉਹਨਾਂ ਨੂੰ ਮੈਡੀਕਲ ਟੀਮ 'ਚ ਹੈਗੇ ਆ। ਯੂ ਡੋਂਟ ਹੈਵ ਯੂ ਇਨ ਅ ਮੈਡੀਕਲ ਟੀਮ, ਜੋ ਵੀ ਤੁਸੀਂ ਪ੍ਰੋਫੈਸ਼ਨ 'ਚ ਹੈਗੇ ਹੋ, ਜਿਹੜੇ ਬੱਚੇ ਇੱਥੇ ਪੜ੍ਹਦੇ ਨੇ, ਹਾਇਰ ਐਜੂਕੇਸ਼ਨ ਕਰਦੇ ਨੇ, ਯੂਨੀਵਰਸਿਟੀ ਜਾਂਦੇ ਨੇ, ਹਰ ਜਗ੍ਹਾ ਕੁਝ ਕਰਦੇ ਨੇ, those are the people should be able to sit at home and explain to the grandparents, to the people. I think that's also the good thing about the age of the internet that we live in, is that information is so easily accessible that all you have to do is type a few words into Google, and the NHS website has lots of information. Nani and I are making a nice leaflet for people to look at that will be in Punjabi as well. There are lots and lots of resources available. I want to just say that, you know, it's definitely, there should not be a stigma around talking about these things, and there should be more open conversations, but also look after yourself. And if it's not, you know, if there's not a conversation you're comfortable having, you can also talk to your family about that and say, look, at this point in time I'm struggling. And, you know, in general, I think mental health is something we should all be more comfortable talking about. A part of that is talking about death and how okay we are and decisions that we choose to make. But in general, you know, you're right, like we should try and talk about these conversations as openly as we can. ਮੈਂ ਤੁਹਾਨੂੰ ਲੇਡੀ ਸਿੰਘ ਪੁੱਛਾਂਗਾ, ਜਿਹੜੀ do you consider this as a seva? Yeah, ਬਿਲਕੁਲ ਸੇਵਾ ਹੈ, ਕਿਉਂਕਿ ਸਾਡਾ ਸੇਵਾ ਤਾਂ ਸਾਡੀ ਬੇਸਿਸ ਹੈ ਨਾ। ਗੁਰੂ ਨਾਨਕ ਸਾਹਿਬ ਸਾਨੂੰ ਸਿਖਾ ਗਏ ਕਿ ਤੁਸੀਂ ਸੇਵਾ ਕਰਨੀ ਹੈ, ਕਿ ਇੱਕ ਵਾਹਿਗੁਰੂ ਹੈ, ਇੱਕ ਵਾਹਿਗੁਰੂ ਦੀ ਹਿਊਮੈਨਿਟੀ ਬਣੀ ਹੋਈ ਹੈ, ਅਸੀਂ ਸਭਨਾਂ ਦੀ ਸੇਵਾ ਕਰਨੀ ਹੈ। ਦੇਖਿਆ ਹੀ ਹੈ ਕਿ ਮਨ ਬੜਾ ਖੁਸ਼ ਹੁੰਦਾ ਜਿਸ ਤਰ੍ਹਾਂ ਕੋਵਿਡ ਹੋਈ ਹੈ, ਕਿਸ ਤਰ੍ਹਾਂ ਲੋਕ ਥਾਂ 'ਤੇ ਸਾਰੀ ਦੁਨੀਆ ਦੇ ਵਿੱਚ, ਬਿਲਕੁਲ ਸਾਰੀ ਦੁਨੀਆ 'ਚ ਸਿੱਖਾਂ ਨੇ ਜਾ ਕੇ ਸੇਵਾ ਕੀਤੀ ਹੈ। ਲੰਗਰ, ਜੇ ਲੰਗਰ ਖਾਣ ਦਾ ਲੰਗਰ ਹੈ, ਲੰਗਰ ਡਿਲੀਵਰ ਦਾ, ਜੇ ਲੰਗਰ ਹੈ ਆਕਸੀਜਨ ਦਾ, ਉਹਨਾਂ ਨੇ ਕੀਤਾ। ਪਰ ਇੱਕ ਗੱਲ ਹੈਗੀ, ਸੌਰੀ ਮੈਂ ਇੰਟਰਪਟ ਨਹੀਂ ਕਰਦਾ, ਤੁਹਾਡੇ ਸਿੱਖਾਂ ਦੀ ਤੁਸੀਂ ਤਾਰੀਫ ਕਰਦੇ, ਮੇਰੇ ਮਾਈਂਡ 'ਚ ਆਇਆ, we really set up like a role model community ਸਿੱਖ ਨੇ। ਹਰ ਚੀਜ਼ ਦੇ ਵਿੱਚ ਜਦੋਂ ਕੋਈ ਫਲੱਡਿੰਗ ਆਈ ਹੈ, ਬਿਮਾਰੀ ਆਈ ਹੈ, ਕਿਤੇ ਫੈਮਿਨ ਹੋਇਆ, we were the first one to go, ਸੇਵਾ ਕੀਤੀ ਹੈ। ਜਦੋਂ ਇੰਡੀਆ 'ਚ ਲੋਕ ਬਰੇ ਨਹੀਂ ਸੀ ਹੋ ਰਹੇ, ਸਿੱਖਾਂ ਨੇ ਜਾ ਕੇ ਲੋਕ ਬਰੀ ਕੀਤੇ ਸੀ, ਹਾਲੇ ਫੈਮਲੀਆਂ ਨਹੀਂ ਸੀ ਆਈਆਂ ਫੋਰਵਰਡ ਟੂ ਬਰੀ देयर ਲਵਡ ਵਨਸ। ਤੁਸੀਂ ਦੇਖੋ ਉਹਨਾਂ ਨੇ ਕੀਤੀ ਹੈ। ਇੰਨੀ ਬਹਾਦਰ ਕੌਮ ਹੈ, ਇਹਦੇ 'ਚ ਸਾਡੇ ਬਹਾਦਰੀ ਨਹੀਂ ਹੈਗੀ, ਅਸੀਂ ਆਰਗਨ ਡੋਨੇਸ਼ਨ 'ਚ ਪਿੱਛੇ ਕਿਉਂ? ਨਹੀਂ, ਇਹ ਨਾ ਸਮਝ ਦੀ ਗੱਲ ਹੈ, ਸਾਨੂੰ ਸਮਝਾਇਆ ਨਹੀਂ ਗਿਆ ਕਿ ਇਹ ਵੀ ਸੇਵਾ। ਦੇਖੋ, ਜਿਸਲੇ ਬਾਡੀ ਖਤਮ ਹੋ ਗਈ, ਅਸੀਂ ਜਿਉਂਦਿਆਂ ਸਾਰੇ ਕਹਿੰਦੇ, ਮੈਂ ਕੋਈ 20-25 ਅਸੀਂ ਨਾ ਜਨਾਨੀਆਂ ਬੈਠੀਆਂ ਸੀ, ਅਸੀਂ ਪਾਠ ਕਰਕੇ ਹਟਿਆ ਅਤੇ ਅਸੀਂ ਗੱਲ ਸ਼ੁਰੂ ਕਰ ਦਿੱਤੀ, ਅਤੇ ਉਹ ਸਾਰੀਆਂ ਕਹਿੰਦੇ ਅਸੀਂ ਖੁਸ਼ਕਿਸਮਤ ਹੋਵਾਂਗੇ ਕਿ ਜੇ ਅਸੀਂ ਜਾਨ ਚਲੇ ਗਏ ਅਤੇ ਸਾਡੇ ਔਰਗਨ ਕਿਸੇ ਦੇ ਕੰਮ ਆ ਜਾਣਗੇ। ਸਾਰਿਆਂ ਨੂੰ ਸਮਝ ਦੀ ਗੱਲ ਹੈ, ਜਿੰਨਾ ਅਸੀਂ ਸੋਚੀਏ, ਅਸੀਂ ਸਮਝੀਏ ਕਿ ਸਾਨੂੰ ਕੋਈ ਤਕਲੀਫ ਤਾਂ ਨਹੀਂ ਨਾ ਉਹਦੀ, ਕਿਸੇ ਨੂੰ ਤਕਲੀਫ ਨਹੀਂ ਹੈ, ਕਿਉਂਕਿ ਬਾਡੀ ਤਾਂ ਚਲੀ ਗਈ ਹੈ।
ਤੇ ਉਹ ਤਕਲੀਫ ਤਾਂ ਹੈ ਹੀ ਨਹੀਂ ਹੈ। ਬਸ ਵੈਸੇ ਤਾਂ ਇਹ ਵੀ ਸ਼ਾਇਦ ਤਵਲੀਨ ਵਿਲ ਟੈਲ ਯੂ ਬੈਟਰ, ਉਹ ਕਹਿੰਦੇ ਆ ਕਿ ਜਿਸ ਵੇਲੇ ਮਸ਼ੀਨ ਦਿਮਾਗ ਦਾ ਹੋ ਜਾਂਦਾ, ਮਸ਼ੀਨ ਉਤਾਰ ਦਿੰਦੇ ਆ, ਤਦ ਵੀ ਉਹ ਦੇ ਦਿੰਦੇ ਨੇ ਐਨਸਥੈਟਿਕਸ ਬਾਡੀ ਨੂੰ ਦੇ ਕੇ ਫਿਰ ਔਰਗਨ ਕੱਢਦੇ ਨੇ, ਕਿਉਂਕਿ Naturally to keep it running, ਹਾਂ। ਕੀਪ ਦਾ। ਤੇ ਇਸ ਕਰਕੇ ਨਾ ਸਾਨੂੰ ਤਕਲੀਫ ਤਾਂ ਉਸ ਗੱਲ ਦੀ ਹੈ ਹੀ ਨਹੀਂ ਹੈ। ਤੇ ਜੇ ਅਸੀਂ ਉਹ ਵੀ ਦੇ ਕੇ ਕਿਸੇ ਦੀ ਲਾਈਫ ਵੱਡੀ ਲੰਮੀ ਕਰ ਜਾਈਏ ਆਪਣੇ ਉਹਨਾਂ ਨੂੰ, ਇਟਸ ਲਾਈਕ ਅ ਪ੍ਰੈਜ਼ੈਂਟ, ਇਟਸ ਅ ਗਿਫਟ ਕਿ ਅਸੀਂ ਜਾਣ ਲੱਗਿਆ, ਉਹ ਵੀ ਸਾਡੀ ਸੇਵਾ। ਕਿਉਂਕਿ ਗੁਰਬਾਣੀ ਵੀ ਕਹਿੰਦੇ ਆ ਨਾ ਕਿ ਕਹਿੰਦੇ ਨੇ ਪਸ਼ੂ ਮਰਦਾ ਤੇ ਕਿੰਨੇ ਲੋਕਾਂ ਦੀ ਸੇਵਾ ਹੋ ਜਾਂਦੀ ਹੈ। ਤੇ ਜੇ ਜੇ ਇਨਸਾਨ ਮਰੇ ਤੇ ਉਹ ਹੁਣ ਤਾਂ ਜਿਸ ਤਰ੍ਹਾਂ ਸਾਇੰਸ ਦੱਸਦੀ ਪਈ ਅਪ ਟੂ 50 people, up to 50 people can have some organs and can prolong their lives. I'm going to ask you a medical question which just came into my mind. You know, Jado, you donate some certain organ to somebody, like a heart, yeah? Does your personality change? Because in Indian movies, they show that. That's a really big deal. No. Can I just tell a joke? ਇੱਕ ਨਾ ਡਾਕਟਰ ਔਰਤ ਗਈ ਨਾ ਤੇ ਉਹਦੇ ਹਸਬੰਡ ਦਾ ਆਪਰੇਸ਼ਨ ਹੋਇਆ ਤੇ ਉਹਨੂੰ ਪੁੱਛਦੀ ਹੈ ਕਿ ਤੂੰ ਉਹਦੇ ਦਿਲ 'ਚ ਕੋਈ ਹੋਰ ਜਨਾਨੀ ਤਾਂ ਨਹੀਂ ਦੇਖੀ ਸੀ? ਤੇ ਅੱਗੋਂ ਕਹਿੰਦਾ ਸਰਜਨ ਕਹਿੰਦਾ I bypassed her. So ਇਹ ਤਾਂ ਗੱਲਾਂ ਹੀ ਆ ਨਾ, ਇਹ ਤਾਂ You know, it might sound a silly question, but it's quite, you know, it does come into a mind. It's not a silly question at all, because I think in popular culture, especially perhaps in Indian culture, all around us, there are lots of references to parts of the body being connected with spirituality and the soul. You know, everyone talks about your heart being broken when you've fallen out of love or this or that. And even if you can rationalize it and think, okay, no, but the heart is actually an organ, because it's all around us, it's easy to kind of get a bit confused or perhaps think, actually, you know, maybe there is something within parts of the body. But medically, you know, the body serves a function to keep you alive, and Nani will be able to tell you about the religion. No, but even, like, you know, the body is there to keep you alive, and the spirituality comes separately to that. So giving away your organs in life or after death doesn't change who you are as a person, what happens spiritually after death. It's also important, I know this is a lot, you know, it's a heavy topic to talk about, but after the patient has passed away and the organs have been donated, the family can still have ceremonies and, you know, carry on with their kind of rituals or ceremonies afterwards as they would wish, and the body is respectfully clothed and set up and given back to the family. Once you donate somebody, your family donates an organ to another family, another person, do they tell where their organ's gone? So they're not told. There are lots of confidentiality issues, so you're legally not allowed, the medical team is not allowed to say who specifically the organ's gone to. But sometimes what the receiver can do is they can send a letter to the medical team to then pass on to the donor. So sometimes the donor's family will receive a letter saying, "You saved my life, thank you." And I, you know, I personally can't think of any greater reward than seeing, you know, even if they didn't write a letter, knowing that you've been able to save someone's life or save several people's lives, I think is just an incredible service. Tavleen has already answered me, but maybe different sawal. Why is it especially important for Sikhs and ethnic community to donate? Because there's a shortage for 6,000 patients at the moment, isn't it? Yeah, so that's But like, yeah. that's not good enough reason, because there's a shortage of organ donations. That's why you should do it. But we should be well ahead of it, really. Yeah. Yeah. I think, oh, sorry. Yeah, but no, see, ਸਾਡੇ ਸਿੱਖ ਧਰਮ ਦੇ ਵਿੱਚ ਤਾਂ ਸਾਨੂੰ ਸਾਫ਼ ਕਿਹਾ ਗਿਆ ਕਿ ਬਾਡੀ ਹੈ, ਬਾਡੀ ਦੇ ਅੰਦਰ 5 ਤੰਤਰ ਦੀ ਬਣੀ ਹੋਈ ਹੈ। ਪਵਨ ਵਿੱਚ ਪਵਨ ਬਣ ਗਈ, ਹਵਾ 'ਚ ਸਾਹ ਲਿਆ, ਹਵਾ 'ਚ ਚਲਾ ਗਿਆ, ਉੱਥੇ ਚਲਾ ਗਿਆ। ਸਾਡੀ ਆਤਮਾ ਪਰਮਾਤਮਾ ਦੇ ਨਾਲ ਚਲੀ ਗਈ ਹੈ। ਸਾਡੀ ਜਿਹੜੀ ਮਿੱਟੀ ਉਹ ਮਿੱਟੀ 'ਚ ਮਿੱਟੀ ਚਲੀ ਗਈ ਹੈ। ਤੇ ਇਸੇ ਕਰਕੇ ਅਸੀਂ ਫਿਰ ਕ੍ਰੀਮੇਟ ਕਰ ਦਿੰਦੇ ਹਾਂ ਨਾ, ਬਾਡੀ ਨੂੰ ਕ੍ਰੀਮੇਟ ਕਰ ਦਿੰਦੇ ਹਾਂ। ਉਹਦੀ ਤਾਂ ਕੋਈ ਵੈਲਿਊ ਨਹੀਂ ਰਹਿੰਦੀ। ਜਿਸ ਵੇਲੇ ਔਰਗਨਸ ਕੱਢ ਲੈਂਦੇ ਨੇ ਬੜੀ ਰਿਸਪੈਕਟਫੁਲੀ, ਕਿਉਂਕਿ ਉਹਨਾਂ ਨੇ ਮੁੜ ਕੇ ਹੋਰ ਯੂਜ਼ ਕਰਨੇ ਹੁੰਦੇ ਨੇ ਧਿਆਨ ਦੇ ਨਾਲ, ਉਸ ਤਰ੍ਹਾਂ ਸਟਿਚ ਕਰਕੇ ਕਹਿੰਦੇ ਬਾਡੀ ਦਿੰਦੇ, ਕੋਈ ਪਤਾ ਨਹੀਂ ਹੁੰਦਾ
ਹੁੰਦਾ ਕਿ ਅੰਦਰੋਂ organ ਚਲੇ ਗਏ ਆ ਤੇ ਉਸੇ ਤਰ੍ਹਾਂ ਤੁਸੀਂ ਉਹਨਾਂ ਨੂੰ ਬੁਲਾ ਕੇ ਕਹਿੰਦੇ ਨੇ ਹਸਪੀਟਲ ਵਾਲੇ ਜਿਸ ਤਰ੍ਹਾਂ ਵੀ ਕਹਿੰਦੇ ਨੇ ਜੀ ਉਹ ਕਹਿੰਦੇ ਨੇ ਗਿਆਨੀ ਜੀ ਉੱਥੇ ਆ ਕੇ ਅਰਦਾਸ ਕਰ ਜਾਣ ਉਹ ਕਰ ਜਾਣ ਫੈਮਿਲੀ ਦੇ ਦੇਣ ਕੋਈ ਨਹੀਂ ਹੈਗਾ ਇਹਦੇ 'ਚ ਤਾਂ ਸਾਨੂੰ ਤਾਂ ਸਿੱਖਾਂ ਨੂੰ ਸੋਚਣਾ ਵੀ ਨਹੀਂ ਚਾਹੀਦਾ ਕਿਉਂਕਿ ਸਾਡੀ ਤਾਂ ਗੁਰੂ ਸਾਹਿਬ ਨੇ ਕਹਿਤਾ ਜਿਸ ਲਈ ਆਤਮਾ ਪਰਮਾਤਮਾ ਕੋਲ ਚਲੀ ਗਈ ਗੱਲ ਖਤਮ ਹੋ ਗਈ ਹੈ ਤੇ ਉਹ ਫਿਰ ਜੇ ਤੁਸੀਂ ਉਹ ਯੂਜ਼ ਕਰ ਸਕਦੇ ਹੋ ਤੇ ਇਹ ਤਾਂ ਸੇਵਾ ਹੀ ਸੇਵਾ ਹੈ ਜਿੰਨੀ ਵੀ ਹੋ ਸਕੇ ਉਨੀ ਹੀ ਠੀਕ ਹੈ ਉਹ ਜਿਹੜਾ ਵੀ ਕਰ ਸਕਦਾ ਮੇਰੀ ਦੇਖੋ ਬੜਾ ਵੱਡਾ ਇੰਪੋਰਟੈਂਟ ਹੈ ਇਟਸ ਅ ਡਿਸੀਜਨ ਮੇਕਿੰਗ ਰੱਬ ਨਾ ਕਰੇ ਕਿ ਲਾਸਟ ਮਿੰਟ ਤੁਹਾਨੂੰ ਡਿਸੀਜਨ ਕਰਨੀ ਪਵੇ ਦਿਸ ਇਜ਼ ਸਮਥਿੰਗ ਵੈਰੀ ਮੈਚੁਰਲੀ ਯੂ ਨੀਡ ਟੂ ਸਿਟ ਐਟ ਹੋਮ ਐਂਡ ਟਾਕ ਅਬਾਊਟ ਇਟ ਜਿਹੜਾ ਲਾਈਫ ਦਾ ਫੈਕਟ ਹੈਗਾ ਵੀ ਹੈਵ ਟੂ ਫੇਸ ਇਟ ਵਨ ਡੇ one with the other why don't we make something best out of it ਅਗਰ ਤੁਸੀਂ ਕਿਸੇ ਨੂੰ ਲਾਈਫ ਦੇ ਸਕਦੇ ਹੋ ਨਾ there's nothing like it honestly ਕਿੰਨੀ ਵੱਡੀ ਸੇਵਾ ਕਿੰਨੀ ਇਹਦੋਂ ਵੱਡੀ ਸੇਵਾ ਨਹੀਂ ਹੋ ਸਕਦੀ ਇੱਕ ਮੈਂ you know when I talk certain things come to mind my brain starts running at the speed you know there was a time when especially the Bollywood India picture ਦੇ ਵਿੱਚ they used to make fun ਸਿੱਖ ਦਾ ਸੀਨ ਪਾਉਂਦੇ ਸੀ ਲੇਕਿਨ ਮਜ਼ਾਕ ਉਠਾਉਂਦੇ ਸੀਗੇ with the last few years we gained so much respect worldwide ਹਰ ਕੰਟਰੀ ਦੇ ਪ੍ਰਾਈਮ ਮਿਨਿਸਟਰ ਨੇ ਸਿੱਖਾਂ ਦੀ ਇੱਜ਼ਤ ਕੀਤੀ ਹੈ ਰਿਕਮੈਂਡੇਸ਼ਨ ਦਿੱਤੀ ਉਹਨਾਂ ਦੀ ਕਿ ਬੇਵਸ ਕਮਿਊਨਿਟੀ ਹੈਗੀ ਆ ਇਹ ਕਿਸੇ ਚੀਜ਼ ਤੋਂ ਡਰ ਨਹੀਂ ਹੈਗੇ ਨਾ ਡਰ ਹੈਗੇ ਨੇ ਤੇ ਅਗਰ ਕਿਸੇ ਬੰਦੇ ਨੂੰ ਮੈਨੂੰ ਤੁਸੀਂ ਦੱਸੋ ਫਰਮ ਰਾਈਟ অর ਨਾਟ ਅਗਰ ਕਿਸੇ ਬੰਦੇ ਨੂੰ ਚੋਇਸ ਹੋਈ ਕਿ ਇੱਕ ਸਿੱਖ ਦੀ ਡੋਨੇਸ਼ਨ ਪਈ ਹੈ ਆਰਗਨ ਇਹ ਕਿਸੇ ਹੋਰ ਦੀ ਪਈ ਹੈ ਸਿੱਖਾਂ ਦਾ ਪਹਿਲਾਂ ਲੈਣ ਗਏ ਬਿਕਾਜ਼ ਬਹਾਦਰ ਕੌਮ ਹੈ ਡੂ ਯੂ ਅੰਡਰਸਟੈਂਡ ਦੈਟ Yeah. I don't know about that. I'm not a medical person, but I don't think that matters. But one ਇੰਨਾ ਹੈਗਾ ਕਿ ਸਾਨੂੰ ਸਿੱਖਾਂ ਨੂੰ ਫਿਕਰ ਨਹੀਂ ਕਰਨਾ ਚਾਹੀਦਾ ਕਿ ਮੈਂ ਨਾ ਜਿਹੜਾ ਗੁਰੂ ਸਾਹਿਬ ਕਹਿੰਦੇ ਨੇ ਪਾਂਚ ਤਤ ਕੋ ਤਨ ਰਚਿਓ ਜਾਨੋ ਚਤਰ ਸੁਜਾਨ ਜੇ ਤੇ ਉਪਜਿਆ ਨਾਨਕਾ ਲੀਨ ਤਾਹੇ ਮਹਿਮਾਨ ਕਿ ਉਹ ਵਾਈਜ਼ ਮੈਨ know that the body is made of 5 elements. Be sure, Guru Nanak says, that thou shalt blend with from where you come, from whom you have sprung. Wherever you come from, ਤੇ ਉੱਥੇ ਚਲੇ ਜਾਣਾ ਨਾ ਪੰਜ ਤੱਤਾਂ ਤੋਂ ਅਸੀਂ ਬਣਿਆ ਇਹ ਗੁਰੂ ਨਾਨਕ ਸਾਹਿਬ ਲਿਖਦੇ ਨੇ ਕਿ ਉਹਨਾਂ ਚਾਲੀ ਅਸੀਂ ਚਲੇ ਜਾਣਾ ਤੇ ਉਹਦੇ 'ਚ ਫਿਕਰ ਕਾਹਦਾ ਜਿਸ ਵੇਲੇ ਵਾਹਿਗੁਰੂ ਨੇ ਬੁਲਾਉਣਾ ਹੈ ਭੇਜਣਾ ਕੰਮ ਕਰਾਉਣੇ ਨੇ ਜਿਹੜੇ ਉਹਨੇ ਕਰਾਉਣੇ ਨੇ ਜਿਸ ਵੇਲੇ ਵੇਲਾ ਆਉਣਾ ਤੇ ਅਸੀਂ ਜਿਹੜੀ ਸਮਝਦੇ ਆ ਨਾ ਸਾਡੀ ਤਾਂ ਬਾਡੀ ਗੁਰੂ ਸਾਹਿਬ ਨੇ ਕਹਿਣਾ ਕਿ ਸਾਰੇ ਕਰਮੇਟ ਕਰ ਦਿਓ ਜੇ ਕਰਮੇਸ਼ਨ ਦਾ ਨਹੀਂ ਵੀ ਹੈਗਾ ਤੇ ਪਾਣੀ 'ਚ ਸੁੱਟ ਦਿਓ ਜਿਹੜਾ ਵੀ ਹੈਗਾ ਕੋਈ ਵਹਿਮ ਭਰਮਾਂ ਦੀ ਗੱਲ ਨਹੀਂ ਇਸੇ ਤਰ੍ਹਾਂ ਸਾਡੇ ਅੰਦਰ ਕੋਈ ਵਹਿਮ ਭਰਮ ਹੋਣੇ ਹੀ ਨਹੀਂ ਚਾਹੀਦੇ ਤੇ ਜੇ ਅਸੀਂ ਆਪਣੇ ਕਿਸੇ ਹੋਰ ਨੂੰ ਅਸੀਂ ਸੇਵਾ ਕਰਕੇ ਉਹਨਾਂ ਦੀ ਲਾਈਫ ਉਹਨਾਂ ਦੀ ਖੁਸ਼ ਬਣਾ ਸਕਦੇ ਹਾਂ ਸਾਨੂੰ ਕਰਨਾ ਚਾਹੀਦਾ ਜੋ ਤੁਹਾਡੀ ਨੇ ਵੀ ਜਿਹਨੇ ਗੱਲਾਂ ਕੀਤੀਆਂ ਵੈਰੀ ਇੰਟਰਸਟਿੰਗ ਯੂ ਨੀਡ ਟੂ ਪਿਕ ਅਪ ਦ ਪੁਆਇੰਟ which touches your heart ਕਿ ਬੜੀ ਇੰਪੋਰਟੈਂਟ ਗੱਲ ਹੈ ਅਗਰ ਫੈਮਿਲੀ ਦੇ ਵਿੱਚ ਕਿਸੇ ਦੀ ਤੁਸੀਂ organ donate ਕਰਦੇ ਹੋ the family really gets a big help both help there are a lot of assistance you know the people come and talk to them and you know this is great because this is what the people need to talk to I think this is something that's not talked about enough, and like I touched on, mental health is a whole big topic that's not for today, but ensuring that people are okay, and you know, when someone dies, you are allowed to grieve, and you should grieve. It is natural. Someone you love has passed. That needs to be addressed, and there are lots of services in place that can help you do that. On the family's part, that's why it's important to discuss before, because actually they need to have the time and the space to process what's happened and look after themselves and make sure that they are in a place themselves that is okay. So lots of hospitals offer grievance services. They can refer you to counselling services. There are support groups you can go to, people that you can have conversations with, lots of kind of online techniques to help you kind of with your feelings or whatever. But the hospital will definitely help you with that when someone dies. And you know, if it's not a hospital death, I would highly recommend you still go out and seek those services yourself, because it is something that is so difficult to process, and everyone needs help. That's just a fact. ਬਾਕੀ ਸਾਨੂੰ ਸਿੱਖਾਂ ਦਾ ਫਿਕਰ ਹੀ ਨਹੀਂ ਹੈ ਕਿ ਗੁਰੂ ਸਾਹਿਬ ਕਹਿੰਦੇ ਨੇ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ
ਜੋ ਵਾਹਿਗੁਰੂ ਦਾ ਹੁਕਮ ਆਣਾ ਜਿਸ ਵੇਲੇ ਆਣਾ ਉਹ ਆਣਾ ਹੁਕਮ ਤੋਂ ਬਾਹਰ ਤਾਂ ਕੋਈ ਹੈ ਹੀ ਨਹੀਂ ਹੈ ਤੇ ਅਸੀਂ ਤੇ ਪੈਦਾ ਹੀ ਸੇਵਾ ਕਰਨ ਵਾਸਤੇ ਹੋਏ ਹਾਂ ਬਿਲਕੁਲ, ਹੈ ਨਾ ਕਿ ਗੁਰੂ ਸਾਹਿਬ ਤਾਂ ਇਹ ਕਹਿ ਕੇ ਕਹਿੰਦੇ ਕਿ ਸਾਰਿਆਂ ਦੀ ਸੇਵਾ ਕਰਨੀ ਹੈ ਨਾ ਦੇਖਣਾ ਕੌਣ ਆ ਤੇ ਕੌਣ ਨਹੀਂ ਹੈ ਪਰ ਇਸ ਇਹਨਾਂ ਔਗਨਸ ਦੇ ਵਿੱਚ ਤਾਂ ਅਸੀਂ ਸਿਰਫ ਪੰਜਾਬੀਆਂ ਦੀ ਸੇਵਾ ਕਰ ਸਕਾਂਗੇ ਕਿਉਂਕਿ ਪੰਜਾਬੀਆਂ ਨੂੰ ਹੀ ਉਹ ਮੈਚ ਹੋਣੇ ਨੇ ਇੱਥੇ ਆ ਕੇ ਐਥਨੀਸਿਟੀ ਦੀ ਗੱਲ ਹੋ Well, a ਜਾਂਦੀ sensitive subject ਹੈਗਾ sensitive because I'm saying a lot of people still feel it's a sensitive. It's something cannot be set down on a dining table and discuss about it. ਉਹਦਾ ਟਾਈਮ ਉਹਦੀ ਪਲੇਸ ਹੁੰਦੀ ਹੈ ਕਈ ਦਫਾ ਤੁਸੀਂ ਬੈਠ ਕੇ ਕਰ ਸਕਦੇ ਹੋ ਇਟਸ ਆਲਵੇਜ਼ ਨਾਈਸ ਐਂਡ ਵਾਈਜ਼ ਟੂ ਆਪਣੀ ਫੈਮਿਲੀ ਨਾਲ ਡਿਸਕਸ ਕਰਕੇ ਅਗਰ ਤੁਸੀਂ ਕਿਸੇ ਦੀ ਸੇਵਾ ਕਰ ਸਕਦੇ ਹੋ ਜ਼ਰੂਰ ਕੰਸੀਡਰ ਕਰੋ ਤਵਲੀਨ ਨੇ ਕਿਹਾ ਲੋਟ ਆਫ ਹੈਲਪ ਆਊਟ ਦੇਅਰ ਡਿਫਰੈਂਟ ਮੈਡੀਕਲ ਟੀਮ ਕੋਲੋਂ ਤੁਸੀਂ ਆਪਣੀ ਐਡਵਾਈਸ ਲੈ ਸਕਦੇ ਹੋ I think I'll start with you, Tavlin, before we run out of time. And to look at the camera, summon it up, whatever you like to say, giving people a choice, what they can do, what they can't do, whether they should go and search out before they decide. Okay, so I think if there's one take-home message, it's talk to your family and look things up. I know that's 2 messages. Information is so easily available these days. You can look all the information you need to up on the internet, go talk to your doctor, have this conversation with your family before the time comes. I know it's difficult, but I think it's very necessary. The way that the system works in the UK is opt out. So everyone is on the register. It takes 2 minutes to take your name off the register if after you've learnt about the topic and you still think, no, this isn't for me, you can take your name off. But stay informed, talk to people. When the time comes, there is lots of help that the team will give you, lots of services that can advise you on how to do it and how to cope. But I personally think that it's a very good thing. You can save people's lives. And the essence of Sikhism to me is about living a good life and helping others, Seva. And I think Tavlin, this is thank the you for best way. stopping you. Sorry, 30 I talked seconds, too much. 30 seconds. You only got 30 ਬਸ seconds. ਮੈਂ ਇਹ ਕਹਿਣਾ ਕਿ ਦੇਖੋ ਤੁਸੀਂ ਇਹਨੇ ਸਾਡੀ ਸੇਵਾ ਹੈ ਇਹ ਸਮਝ ਲਓ ਸੇਵਾ ਹੈ ਤੇ ਉਹ ਸੇਵਾ ਕਰਦਿਆਂ ਕਰਦਿਆਂ ਤੁਹਾਨੂੰ ਕਿੰਨੀ ਖੁਸ਼ੀ ਹੁੰਦੀ ਹੈ ਕਿ ਕਿਸੇ ਨੂੰ ਗਿਫਟ ਮਿਲਿਆ ਐਂਡ ਗਿਫਟ ਆਫ ਲਾਈਫ ਸਭ ਤੋਂ ਵੱਡੀ ਚੀਜ਼ ਜਿਹੜੀ ਹੈ ਨਾ Thank you so much. I'm sorry Sorry. to stop you there. ਮੈਂ ਨਹੀਂ ਪੁੱਛਾਂਗਾ ਕਿ ਤੁਹਾਨੂੰ ਸ਼ੋਅ ਕਿੱਦਾਂ ਲੱਗਿਆ because I know a lot of people might not have enjoyed it, but ਮੈਂ ਬਾਰ-ਬਾਰ ਕਹਿ ਕੇ ਹਟਿਆ these are the fact of life. You need to sit and talk maturely and openly. Things are changing in the Western world. Actually change ਹੋਣਗੇ ਤੇ ਕਿੱਥੇ ਹੋਣਗੇ ਤੇ ਉਮੀਦ ਕਰਦਾ ਮੈਂ ਫਿਰ ਵੀ ਕੋਸ਼ਿਸ਼ ਕਰਦਾ ਕਿ ਤੁਹਾਨੂੰ ਸ਼ੋਅ ਅੱਛਾ ਲੱਗੇਗਾ ਪਲੀਜ਼ ਆਪਣੀ ਫੀਡਬੈਕ ਦੇਣਾ ਨੈਕਸਟ ਵੀਕ ਸੇਮ ਟਾਈਮ ਫਿਰ ਤੁਹਾਡਾ ਮੁਲਾਕਾਤ ਕਰਾਂਗੇ ਆਪਾਂ ਫਤਿਹ ਬੁਲਾਈਏ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਫਤਿਹ ਜੀ ਕੀ ਫਤਿਹ